ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦਿਵਸ ਮੋੜ ਲਿਆਓ ਕੰਦੂ ਖੇੜਾ। ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਅੱਜ 1 ਨਵੰਬਰ ਹੈ, ਜਿਸ ਨੂੰ ਕਿ ਅਸੀਂ ਪੰਜਾਬ ਦਿਵਸ ਦੇ ਰੂਪ 'ਚ ਮਨਾ ਰਹੇ ਹਾਂ। ਅੱਜ ਪੰਜਾਬੀ ਸੂਬਾ ਬਣੇ ਨੂੰ ਪੂਰੇ 54 ਵਰ੍ਹੇ ਪੂਰੇ ਹੋ ਗਏ ਨੇ ਤੇ ਇਸ ਸਮੇਂ ਦੌਰਾਨ ਪੰਜਾਬ ਨੇ ਕਈ ਤਰ੍ਹਾਂ ਦੇ ਉਤਾਰ ਚੜ੍ਹਾਅ ਦੇਖੇ, ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਬਾਰੇ ਅਸੀਂ ਮੋਟੀ ਜੀ ਝਾਤ ਮਾਰਾਂਗੇ। ਇਹਨਾਂ ਮਸਲਿਆਂ, ਇਹਨਾਂ ਮੁੱਦਿਆਂ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਵਿਸ਼ੇਸ਼ ਤੌਰ 'ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਬੜੀ ਮਿਹਰਬਾਨੀ ਆਤਿਸ਼ ਤੁਹਾਡੀ। ਚਰਨਜੀਤ ਜੀ, ਜਿਵੇਂ ਅਸੀਂ ਸ਼ੁਰੂਆਤ ਦੇ ਵਿੱਚ ਹੀ ਕਿਹਾ, ਮੋੜ ਲਿਆਓ ਕੰਦੂ ਖੇੜਾ, ਇਹ ਕੀ ਬੁਝਾਰਤ ਹੈ, ਇਸ ਬਾਰੇ ਸਾਡੇ ਨਾਲ ਸਾਂਝਾ ਕਰੋ। ਆਤਿਸ਼ ਤੁਹਾਡੀ ਵਜ਼ਾਰਤ ਤਾਂ ਆਪਾਂ ਬਾਅਦ 'ਚ ਬੁੱਝਾਂਗੇ ਕੀ ਹੈਗੀ ਹੈ, ਪਰ ਮੈਨੂੰ ਇੱਕ ਢਾਡੀ ਦੀ ਕਹੀ ਹੋਈ ਗੱਲ ਤੋਂ ਆਪਣੀ ਜਿਹੜੀ ਗੱਲ ਹੈ ਅੱਜ ਦੀ ਆਪਾਂ ਸ਼ੁਰੂਆਤ ਕਰਦੇ ਹਾਂ। ਜੀ ਜਿਵੇਂ ਤੁਸੀਂ ਕਿਹਾ ਕਿ ਪੰਜਾਬ ਹੈ ਜਿਹੜਾ ਉਹ 54 ਵਰ੍ਹਿਆਂ ਦਾ ਹੋ ਗਿਆ। ਜੀ 54 ਵਰ੍ਹੇ ਪਹਿਲਾਂ 1 ਨਵੰਬਰ 1966 ਨੂੰ ਜੀ ਜਿਹੜੀ ਪੰਜਾਬੀ ਸੂਬਾ ਜਿਹੜਾ ਉਹ ਹੋਂਦ 'ਚ ਆਇਆ ਸੀਗਾ। ਜੀ ਤਾਂ ਰਾਮਪੁਰਾ ਫੂਲ ਕੋਲੇ ਇੱਕ ਮਾੜੀ ਭੁੱਲਰਾਂ ਦੀ ਹੈ, ਜੀ ਜਿੱਥੇ ਭੁੱਲਰ ਭਾਈਚਾਰੇ ਦਾ ਮੇਲਾ ਲੱਗਦਾ ਹੈ ਜੀ 6-6 ਮਹੀਨਿਆਂ ਬਾਅਦ। ਅਸੀਂ ਤਾਂ ਚਲੋ ਹੁਣ ਦੇਖਦੇ ਹਾਂ, ਪਰ ਪੁਰਾਣੇ ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਜੀ ਕਿ ਜਿਸ ਟਾਈਮ ਪੰਜਾਬੀ ਸੂਬੇ ਦੀ ਮੰਗ ਬੜੀ ਚਰਮ ਸੀਮਾ 'ਤੇ ਸੀ, ਜੀ ਤਾਂ ਉੱਥੇ ਸਾਡੇ ਭਾਗ ਸਿੰਘ ਜਾਇਦ ਹੁੰਦੇ ਸੀ, ਵਿਚਾਰੇ ਬੜੇ ਜੀ ਨੇਕ ਸ਼ਖਸੀਅਤ ਸੀ ਉਹਨਾਂ ਦੀ, ਸ਼੍ਰੋਮਣੀ ਕਮੇਟੀ ਦੇ ਮੈਂਬਰ ਹੁੰਦੇ ਸੀ, ਜਥੇਦਾਰ ਸੀ। ਤਾਂ ਉਹ ਇੱਕ ਵਾਰੀ ਉੱਥੇ ਮਾੜੀ ਭੁੱਲਰਾਂ ਦੀ ਤੇ ਢਾਡੀ ਲੱਗੇ ਹੋਏ ਸੀ ਤੇ ਉਹ ਕਹਿ ਰਹੇ ਸੀ ਕਿ ਸਾਨੂੰ ਸਿੱਖਾਂ ਨੂੰ ਜਿਹੜੀ ਹੈਗੀ ਹੈ ਡਿਮਾਂਡ ਤਾਂ ਉਦੋਂ ਹੋਮਲੈਂਡ ਦੀ ਸੀ। ਉਹ ਅਨਪੜ੍ਹ ਹੋਣ ਕਰਕੇ ਕਹਿੰਦੇ ਸੀ ਕਿ ਅਸੀਂ ਹੋਮਲੈਟ ਲੈ ਕੇ ਰਹਾਂਗੇ। ਹੋਮਲੈਂਡ ਨੂੰ ਹੋਮਲੇਟ ਕਹਿੰਦੇ ਸੀਗੇ। ਤਾਂ ਉਸ ਟਾਈਮ ਉਹ ਢਾਡੀ ਨੇ ਇੱਕ ਬੜੀ ਟੀਚਰ ਕੀਤੀ ਸੀਗੀ ਕਿ ਜਥੇਦਾਰ ਜੀ, ਹੋਮਲੇਟ ਲੈ ਕੇ ਕੀ ਕਰੋਗੇ? ਜੇ ਮੰਗਣਾ ਹੀ ਹੈ ਤਾਂ ਸਨਲੇਟ ਮੰਗੋ, ਘੱਟੋ ਘੱਟ ਕੱਪੜੇ ਤਾਂ ਧੋ ਲਿਆ ਕਰੋਗੇ। ਤਾਂ ਮੈਨੂੰ ਕਿਸੇ ਰੂਪ 'ਚ ਅੱਜ ਲੱਗਦਾ ਹੈ ਕਿ ਉਹ ਗੱਲ ਢਾਡੀ ਦੀ ਜਿਹੜੀ ਕਹੀ ਹੋਈ ਹੈ ਕਿਤੇ ਨਾ ਕਿਤੇ ਉਹ ਸੱਚੀ ਵੀ ਲੱਗਦੀ ਹੈ। ਪਰ ਚਲੋ, ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਸਾਨੂੰ ਇੱਕ ਆਪਣਾ ਸੂਬਾ ਚਾਹੀਦਾ ਸੀ ਭਾਸ਼ਾ ਦੇ ਆਧਾਰ 'ਤੇ, ਅਤੇ ਸ਼੍ਰੋਮਣੀ ਅਕਾਲੀ ਦਲ ਮਹਿਸੂਸ ਕਰਦਾ ਸੀ ਕਿ ਭਾਰਤੀ ਸੰਘ ਦੇ ਵਿੱਚ ਸਾਡਾ ਜਿਹੜਾ ਇੱਕ ਇਹੋ ਜਿਹਾ ਖਿੱਤਾ ਹੋਵੇ ਜਿੱਥੇ ਸਾਡਾ ਆਜ਼ਾਦ ਵਜੂਦ ਹੋਵੇ, ਸਾਡੀ ਪਛਾਣ ਹੋਵੇ। ਤਾਂ ਉਹਦੇ ਵਿੱਚੋਂ ਹੀ ਇਹ ਗੱਲ ਨਿਕਲੀ ਸੀ ਕਿ ਸਾਡਾ ਭਾਸ਼ਾ ਦੇ ਆਧਾਰ 'ਤੇ ਇੱਕ ਆਪਣਾ ਪੰਜਾਬ ਬਣੇ, ਸੂਬਾ ਬਣੇ। ਵੈਸੇ ਆਤਿਸ਼, ਜਦੋਂ ਅਸੀਂ ਆਜ਼ਾਦ ਹੋਏ ਹਾਂ, ਬਟਵਾਰੇ ਦੇ ਪਿੱਛੋਂ ਆਜ਼ਾਦੀ ਮਿਲੀ ਹੈ ਸਾਨੂੰ, ਤਾਂ ਉਹਦੀ ਇਹ ਗੱਲ ਸ਼ੁਰੂਆਤ ਦਾ ਮੁੱਢ ਵੱਜ ਗਿਆ ਸੀ ਅਤੇ ਵੱਖ-ਵੱਖ ਸਟੇਟਾਂ 'ਚੋਂ ਇਹ ਮੰਗ 2 ਸਾਲਾਂ ਬਾਅਦ ਹੀ ਉੱਠਣੀ ਸ਼ੁਰੂ ਹੋ ਗਈ ਸੀ ਕਿ ਸਾਡਾ ਭਾਸ਼ਾ ਦੇ ਆਧਾਰ 'ਤੇ ਵੱਖੋ ਵੱਖਰੇ ਸੂਬੇ ਬਣਨੇ ਚਾਹੀਦੇ ਨੇ। ਅਤੇ 1953 ਦੇ ਵਿੱਚ ਜਾ ਕੇ, ਜੇ ਆਪਾਂ ਥੋੜ੍ਹਾ ਜਿਹਾ ਦੇ ਪਿਛੋਕੜ 'ਚ ਨਜ਼ਰ ਮਾਰੀਏ, 1953 'ਚ ਜਿਹੜਾ ਸੈਂਟਰ ਗੌਰਮੈਂਟ ਨੇ ਰਾਜ ਪੁਨਰਗਠਨ ਐਕਟ ਹੈ ਜਿਹੜਾ ਉਹ ਬਣਾਤਾ ਸੀਗਾ, ਅਤੇ ਉਹਦੇ ਨਾਲ ਹੀ ਪੰਜਾਬ ਦੇ ਵਿੱਚੋਂ ਇਹ ਮੰਗ ਡਿਮਾਂਡ ਸ਼ੁਰੂ ਹੋ ਗਈ ਸੀ ਕਿ ਸਾਡੀ ਮਾਤ ਬੋਲੀ ਦੇ ਆਧਾਰ 'ਤੇ ਪੰਜਾਬੀ ਸੂਬਾ ਬਣਾਇਆ ਜਾਵੇ, ਵੱਖਰਾ ਬਣਾਇਆ ਜਾਵੇ, ਲਹਿਦਾ। ਤਾਂ ਉਸ ਟਾਈਮ ਸੈਂਟਰ ਤੋਂ ਸਭ ਤੋਂ ਪਹਿਲਾਂ ਜਿਹੜਾ ਸੂਬਾ ਭਾਸ਼ਾ ਦੇ ਆਧਾਰ 'ਤੇ ਬਣਿਆ ਸੀ ਉਹ ਆਂਧਰਾ ਬਣਿਆ ਸੀ, ਤੇਲਗੂ ਨੂੰ ਲੈ ਕੇ ਮਦਰਾਸ 'ਚੋਂ ਨਿਕਲਿਆ ਸੀਗਾ। ਅਤੇ ਫਿਰ ਉਸ ਤੋਂ ਬਾਅਦ ਜਿਹੜੇ ਸਾਊਥ ਦੇ ਕਈ ਸੂਬੇ ਭਾਸ਼ਾ ਦੇ ਆਧਾਰ 'ਤੇ ਹੋਂਦ ਦੇ ਵਿੱਚ ਆਏ। ਤਾਂ ਸਾਡੀ ਵੀ ਇਹ ਮੰਗ ਸੀ ਕਿ ਸੂਬਾ ਬਣੇ। ਤਾਂ ਸਭ ਤੋਂ ਬਾਅਦ ਪਹਿਲਾਂ ਜਿਹੜਾ ਨਾਅਰਾ ਲੱਗਿਆ ਸੀਗਾ ਕਿ ਪੰਜਾਬੀ ਸੂਬਾ ਜਿੰਦਾਬਾਦ, ਉਹ 1955 'ਚ ਲੱਗਿਆ ਸੀਗਾ। ਅਤੇ ਉਸ ਟਾਈਮ ਗੌਰਮੈਂਟ ਨੇ DC ਅੰਮ੍ਰਿਤਸਰ ਨੂੰ ਕਹਿ ਕੇ ਇਹ ਨਾਅਰੇ 'ਤੇ ਪਾਬੰਦੀ ਲਗਾ ਦਿੱਤੀ ਸੀਗੀ। ਤਾਂ ਉਸ ਟਾਈਮ ਸਿੱਖ ਭਾਈਚਾਰੇ 'ਚ ਇੱਕ ਬੜਾ ਵੱਡਾ ਰੋਸ ਫੈਲਿਆ ਸੀਗਾ ਅਤੇ ਬੜੇ ਵੱਡੇ ਪੱਧਰ 'ਤੇ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਸੀ, ਅਤੇ ਉਹਦੇ ਨਤੀਜੇ ਵਜੋਂ ਉਸ ਟਾਈਮ ਦੇ ਜਿਹੜੇ ਭੀਮ ਸੈਨ ਸੱਚਰ ਸੀ ਉਹਨਾਂ ਨੂੰ ਜਿਹੜੀ ਮੁਆਫੀ ਮੰਗਣੀ ਪਈ ਸੀ। ਤਾਂ ਉਸ ਤੋਂ ਬਾਅਦ ਅੱਗੇ ਗੱਲ ਜਦੋਂ ਵਧੀ ਤਾਂ 1960 'ਚ ਜਾ ਕੇ ਮਾਸਟਰ ਤਾਰਾ ਸਿੰਘ ਹੋਰੀ, ਸੰਤ ਫਤਿਹ ਸਿੰਘ ਹੋਰੀ, ਜਿਨ੍ਹਾਂ ਨੂੰ ਪੰਜਾਬੀ ਸੂਬੇ ਦਾ ਫਾਊਂਡਰ ਕਿਹਾ ਜਾਂਦਾ ਹੈ, ਜਿਨ੍ਹਾਂ ਦੀ ਕੱਲ੍ਹ ਹੀ ਬਰਸੀ ਜਿਹੜੀ ਹਰ ਸਾਲ 31 ਅਕਤੂਬਰ ਨੂੰ ਬਠਿੰਡਾ ਦੇ ਪਿੰਡ ਬਦਿਆਲਾ ਦੇ ਵਿੱਚ ਮਨਾਈ ਜਾਂਦੀ ਹੈ, ਤਾਂ ਉਹਨਾਂ ਨੇ ਇਸ ਗੱਲ ਨੂੰ ਲੈ ਕੇ ਪੰਜਾਬੀ ਸੂਬਾ ਮੋਰਚਾ ਲਾਇਆ ਸੀਗਾ। ਅਤੇ ਇਹ ਸਿਲਸਿਲਾ ਬੜਾ ਲੰਬਾ ਚੱਲਿਆ, ਅਰੈਸਟਾਂ ਹੋਈਆਂ, ਅਤੇ ਉਸ ਤੋਂ ਬਾਅਦ ਸਰਕਾਰੀ ਜ਼ਬਰ ਹੋਇਆ,
ਤੇ ਮੀਨ ਟਾਈਮ ਕੀ ਹੋਇਆ ਕਿ 1965 ਵਾਲੀ ਜਿਹੜੀ ਜੰਗ ਹੈਗੀ ਹੈ ਭਾਰਤ ਪਾਕ ਵਾਲੀ, ਉਹ ਲੱਗ ਗਈ। ਜਾਂ ਉਸ ਤੋਂ ਪਹਿਲਾਂ ਜਿਹੜੀ ਸ਼ੁਰੂ ਮਰਨ ਵਰਤ ਵੀ ਸ਼ੁਰੂ ਹੋਏ, ਮਰਨ ਵਰਤ ਤੋੜੇ ਵੀ ਗਏ। ਤਾਂ ਅਲਟੀਮੇਟਲੀ ਇੱਕ ਕਮੇਟੀ ਸੈਂਟਰ ਗਵਰਨਮੈਂਟ ਨੇ ਸਰਦਾਰ ਹੁਕਮ ਸਿੰਘ ਦੀ ਅਗਵਾਈ ਦੇ ਵਿੱਚ ਬਣਾਈ ਸੀ, ਪਾਰਲੀਮੈਂਟ ਦੀ ਕਮੇਟੀ। ਉਹਦੀਆਂ ਸਿਫਾਰਿਸ਼ਾਂ ਦੇ ਆਧਾਰ 'ਤੇ ਸੈਂਟਰ ਗਵਰਨਮੈਂਟ ਨੇ ਪ੍ਰਵਾਨ ਕਰ ਲਿਆ ਸੀ ਔਰ ਪੰਜਾਬੀ ਸੂਬਾ ਦੇਣ ਨੂੰ ਜਿਹੜੇ ਤਿਆਰ ਹੋ ਗਏ ਸੀ। ਜਿਹਦੇ ਵਜੋਂ ਉਸ ਤੋਂ ਬਾਅਦ ਸ਼ਾਹ ਕਮਿਸ਼ਨ ਵੀ ਬਣਿਆ, ਜਿਹਨੇ ਤੈਅ ਕਰਨਾ ਸੀ ਕਿ ਪੰਜਾਬ ਦੀ ਜਿਹੜੀ ਜਿਓਗ੍ਰਾਫੀਕਲ ਏਰੀਆ ਉਹ ਕਿੱਥੋਂ ਤੱਕ ਹੋਏਗਾ। ਤਾਂ ਉਸ ਤੋਂ ਬਾਅਦ 1 ਨਵੰਬਰ 1966 ਨੂੰ ਜਿਹੜਾ ਸਾਡਾ ਸੂਬਾ ਜਿਹੜਾ ਉਹ ਹੋਂਦ ਦੇ ਵਿੱਚ ਆਇਆ ਔਰ ਅੱਜ ਇਹ ਪੂਰੇ 54 ਸਾਲ ਪੂਰੇ ਕਰ ਚੁੱਕਾ ਹੈ। ਇਹ ਸੀ ਆਪਣਾ ਜਿਹੜਾ 3-4 ਮਿੰਟੀ ਦਾ ਇਤਿਹਾਸ ਕਹਿ ਸਕਦੇ ਹਾਂ ਆਪਾਂ ਪੰਜਾਬੀ ਸੂਬੇ ਦਾ। ਉਸ ਤੋਂ ਅੱਗੇ ਆਪਾਂ ਜੇ ਗੱਲ ਕਰੀਏ ਤੇ ਪੰਜਾਬੀ ਸੂਬਾ ਤਾਂ ਬਣ ਗਿਆ ਜਿਸ ਤਰ੍ਹਾਂ ਕਾਂਗਰਸ ਹਮੇਸ਼ਾ ਇਸ ਗੱਲ ਦਾ ਗਿਲਾ ਕਰਦਾ ਹੈ ਕਿ ਸਾਡੇ ਕੋਲ ਇੱਕ ਮਹਾ ਪੰਜਾਬ ਸੀ। ਇੱਕ ਤਾਂ ਸਾਡਾ ਜਿਹੜਾ ਵੰਡ ਹੈ, ਦੁਖਾਂਤ ਹੈ, ਉਸਨੇ ਸਾਡਾ ਪੰਜਾਬ ਹੈ ਜਿਹੜਾ ਵੰਡਤਾ, ਲਹਿੰਦਾ ਪੰਜਾਬ ਜਿਹੜਾ ਉਧਰ ਚਲਾ ਗਿਆ, ਚੜ੍ਹਦਾ ਪੰਜਾਬ ਸਾਡੇ ਹਿੱਸੇ ਆ ਗਿਆ। ਉਸ ਤੋਂ ਬਾਅਦ ਜਿਹੜੀਆਂ ਸਾਡੀਆਂ ਹੱਦਾਂ ਕਿਤੇ ਦਿੱਲੀ ਤੱਕ ਲੱਗਦੀਆਂ ਸੀਗੀਆਂ, ਤਾਂ ਉਹ ਕਹਿੰਦੇ ਨੇ ਕਿ ਅਕਾਲੀਆਂ ਨੇ ਜਿਸ ਨੂੰ ਇੱਕ ਲੰਗੜਾ ਸੂਬਾ ਜਿਹੜਾ ਬਣਾ ਦਿੱਤਾ। ਅਸੀਂ ਜਿਓਗ੍ਰਾਫੀਕਲੀ ਬੜੇ ਛੋਟੇ ਰਹਿ ਗਏ ਹਾਂ। ਪਰ ਸਾਨੂੰ ਸ਼੍ਰੋਮਣੀ ਅਕਾਲੀ ਦਲ ਇਸ ਨੂੰ ਜਾਇਜ਼ ਦੱਸਦਾ ਸੀ। ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੀ ਵੱਡਾ ਹਿੱਸਾ ਹੈ ਸਾਡਾ, ਜਿਵੇਂ ਪੰਜਾਬੀ ਬੋਲਦੇ ਇਲਾਕੇ ਹੈ, ਉਹ ਸਾਡੇ ਕੋਲੋਂ ਬਾਹਰ ਰਹਿ ਗਏ ਸੀਗੇ। ਸਾਨੂੰ ਸਾਡੀ ਰਾਜਧਾਨੀ ਨਹੀਂ ਮਿਲੀ ਚੰਡੀਗੜ੍ਹ। ਉਸ ਤੋਂ ਇਲਾਵਾ ਸਾਡੇ ਕੋਲ ਆਪਣੀ ਹਾਈ ਕੋਰਟ ਨਹੀਂ ਇੰਡੀਪੈਂਡੈਂਟ। ਪਾਣੀਆਂ ਦੀ ਮਾਲਕੀ ਦੀ ਗੱਲ ਹੈ, ਇਹ ਬਹੁਤ ਸਾਰੀਆਂ, ਜਾਂ ਭਾਖੜਾ ਹੈਡਸ ਦੀ ਗੱਲ ਹੈਗੀ ਹੈ, ਉਹ 'ਤੇ ਸਾਡੀ ਮਾਲਕੀ ਨਹੀਂ ਹੈ। ਅਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਕੋਲੇ ਅਧੂਰੀਆਂ ਰਹਿ ਗਈਆਂ ਔਰ ਇਹਨਾਂ ਚੀਜ਼ਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਟਾਈਮ ਟੂ ਟਾਈਮ ਇਸ 'ਤੇ ਲੜਦਾ ਵੀ ਰਿਹਾ। ਤਾਂ ਆਪਾਂ ਥੋੜ੍ਹੀ ਜਿਹੀ ਗੱਲ ਕਰਨੀ ਚਾਹਾਂਗੇ ਕਿਉਂਕਿ ਸੂਬਾ ਸਾਡਾ ਭਾਸ਼ਾ ਦੇ ਆਧਾਰ 'ਤੇ ਬਣਿਆ ਅਤੇ ਸਾਨੂੰ ਅੱਜ ਮਾਤ ਭਾਸ਼ਾ ਦੀ ਵੀ ਗੱਲ ਕਰਨੀ ਚਾਹੀਦੀ ਹੈ। ਤਾਂ ਜਿਸ ਟਾਈਮ ਲਛਮਣ ਸਿੰਘ ਗਿੱਲ ਥੋੜ੍ਹੇ ਟਾਈਮ ਲਈ ਮੁੱਖ ਮੰਤਰੀ ਬਣੇ ਸੀ ਤਾਂ ਉਹਨਾਂ ਨੇ ਉਦੋਂ ਰਾਜ ਭਾਸ਼ਾ ਐਕਟ ਹੈ ਜਿਹੜਾ ਬਣਾਇਆ ਸੀਗਾ। ਅਤੇ ਉਸ ਤੋਂ ਬਾਅਦ ਸਾਡੇ ਜਿਹੜੇ ਹੁਕਮਰਾਨ ਸੀ, ਇਹਨਾਂ ਨੇ ਟਾਈਮ ਟੂ ਟਾਈਮ ਜਿਹੜੀ ਆਪਣੀ ਗੱਦੀ ਤਾਂ ਕਾਇਮ ਰੱਖੀ, ਪਰ ਜਿਹੜੀ ਭਾਸ਼ਾ ਨੂੰ ਜਿਸ ਨੂੰ ਆਧਾਰ ਬਣਾ ਕੇ ਸਾਡਾ ਸੂਬਾ ਲਿਆ ਗਿਆ ਸੀਗਾ, ਬਣਾਇਆ ਗਿਆ ਸੀ, ਉਸ ਨੂੰ ਸਾਡੀਆਂ ਸਰਕਾਰਾਂ ਭੁੱਲ ਗਈਆਂ ਸੀ। ਔਰ ਬੜੇ ਲੰਬੇ ਟਾਈਮ ਬਾਅਦ ਫਿਰ ਜਦੋਂ 2008 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤਾਂ ਇਹਨਾਂ ਨੇ ਉਹ ਰਾਜ ਭਾਸ਼ਾ ਐਕਟ ਹੈ ਜਿਹੜਾ ਉਹ ਸੋਧ ਦਿੱਤਾ ਸੀਗਾ। ਤਾਂ ਸੋਧ ਕਰਕੇ ਇਹਨਾਂ ਨੇ ਕੁਛ ਐਡਵਾਈਜ਼ਰੀ ਕਮੇਟੀਆਂ ਦੀ ਪ੍ਰੋਵੀਜ਼ਨ ਕੀਤੀ ਸੀ। ਪਰ ਫਿਰ ਵੀ ਵੱਡੀ ਭਾਸ਼ਾ ਵਿਭਾਗ ਦੀ ਜਿਹੜੀ ਡਿਮਾਂਡ ਸੀ ਕਿ ਅਗਰ ਕੋਈ ਆਦਮੀ ਪੰਜਾਬੀ ਭਾਸ਼ਾ ਨੂੰ ਆਫਿਸਰ ਬਿਊਰੋਕਰੇਸੀ ਦੇ ਵਿੱਚੋਂ ਜਾਂ ਮੁਲਾਜ਼ਮ ਹੈ, ਅਗਰ ਉਸ ਨੂੰ ਲਾਗੂ ਨਹੀਂ ਕਰਦਾ ਤਾਂ ਜਿਹੜੀ ਉਹਨੂੰ ਪਨਿਸ਼ ਕਰਨ ਦੀ ਜਿਹੜੀ ਪਾਵਰ ਹੈ ਉਹ ਭਾਸ਼ਾ ਵਿਭਾਗ ਨੂੰ ਦਿੱਤੀ ਜਾਵੇ। ਪਰ ਉਹ ਦਿੱਤੀ ਨਹੀਂ ਗਈ ਸੀ ਅਤੇ ਉਹ ਅੱਜ ਤੱਕ ਸਾਰੀਆਂ ਜਿਹੜੀਆਂ ਸਕੀਮਾਂ ਜਾਂ ਅਮੈਂਡਮੈਂਟਸ ਹੈਗੀਆਂ ਨੇ ਉਹ ਸਾਰੀਆਂ ਕਾਗਜ਼ੀ ਨੇ, ਪ੍ਰੈਕਟੀਕਲੀ ਕਿਤੇ ਲਾਗੂ ਨਹੀਂ ਹੋਈਆਂ। ਪੰਜਾਬੀ ਭਾਸ਼ਾ ਦਾ ਜੋ ਅੱਜ ਹਾਲ ਹੈ ਜਾਂ ਸਰਕਾਰਾਂ ਨੇ ਕਿੰਨੇ ਕੁ ਉਪਰਾਲੇ ਕੀਤੇ ਨੇ, ਇਹ ਸਾਡੇ ਦਰਸ਼ਕ ਵੀ ਭਲੀ ਭਾਂਤ ਇਸ ਗੱਲ ਤੋਂ ਜਾਣੂ ਨੇ। ਸਭ ਨੂੰ ਪਤਾ ਹੈ ਭਾਸ਼ਾ ਵਿਭਾਗ ਦਾ ਅੱਜ ਕੀ ਹਾਲ ਹੈ। ਕੋਈ ਟਾਈਮ ਸੀ ਆਤਿਸ਼ ਕਿ ਜਦੋਂ ਵੀ ਪੰਜਾਬ ਡੇ ਮਨਾਇਆ ਜਾਂਦਾ ਸੀ, ਦਿਵਸ ਪੰਜਾਬੀ ਦਿਵਸ ਮਨਾਇਆ ਜਾਂਦਾ ਸੀ, ਤਾਂ ਪੂਰਾ ਸਪਤਾਹ ਉਹਨਾਂ ਦੇ ਪ੍ਰੋਗਰਾਮ ਚੱਲਦੇ ਸੀਗੇ। ਬੱਚਿਆਂ ਦੇ ਹਰ ਤਰ੍ਹਾਂ ਦੇ ਜਿਹੜੇ ਮੁਕਾਬਲੇ ਕਰਾਏ ਜਾਂਦੇ ਸੀਗੇ ਅਤੇ ਜਿਹੜੇ ਸਾਡੇ ਸ਼੍ਰੋਮਣੀ ਪੁਰਸਕਾਰ ਸੀ ਉਹ ਦਿੱਤੇ ਜਾਂਦੇ ਸੀ। ਪਰ ਹੁਣ ਕਿੰਨੇ ਟਾਈਮ ਤੋਂ ਜਿਹੜੇ ਅਵਾਰਡ ਹੀ ਅਸੀਂ ਡਿਸਾਈਡ ਹੀ ਨਹੀਂ ਕਰ ਸਕੇ, ਦੇਣੇ ਤਾਂ ਦੂਰ ਦੀ ਗੱਲ। ਔਰ ਜਿਹੜਾ ਬਜਟ ਹੈ ਉਹ 'ਤੇ ਕਿੱਡਾ ਕੱਟ ਲਾ ਦਿੱਤਾ ਹੈਗਾ। ਭਾਸ਼ਾ ਵਿਭਾਗ ਦੀਆਂ ਜਿਹੜੀਆਂ 60-70% ਅਸਾਮੀਆਂ ਨੇ ਜਿਹੜੀਆਂ ਉਹ ਖਾਲੀ ਪਈਆਂ ਨੇ। ਅੱਜ ਭਾਸ਼ਾ ਵਿਭਾਗ ਨੇ ਪਿਛਲੇ 2-3 ਸਾਲਾਂ ਤੋਂ ਜਿਹੜਾ ਭਾਸ਼ਾ ਵਿਭਾਗ ਸਿਰਫ ਇੱਕ ਦਿਨ ਦਾ ਰਸਮੀ ਪ੍ਰੋਗਰਾਮ ਕਰਦਾ ਹੈ। ਅੱਜ ਵੀ ਉਹਨਾਂ ਨੇ ਕੀਤਾ ਅਤੇ ਸਰਕਾਰਾਂ ਸਾਡੇ ਉਹ 'ਤੇ ਕਿਤੇ ਐਂਟਰੀ ਨਹੀਂ ਲੈਂਦੀਆਂ। ਕੋਈ ਬਜਟ ਨਹੀਂ ਦਿੱਤਾ ਜਾਂਦਾ, ਇੱਧਰੋਂ ਉੱਧਰੋਂ ਬਜਟ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਹ ਸਾਡੀ ਭਾਸ਼ਾ ਦਾ ਹਾਲ ਹੈ। ਅਤੇ ਜੋ ਕਾਲਜਾਂ 'ਚ ਜਾਂ ਸਕੂਲਾਂ 'ਚ ਅਸਾਮੀਆਂ ਖਾਲੀ ਆ ਪੰਜਾਬੀ ਦੀਆਂ, ਉਹ ਆਪਣੇ ਸਾਰੀਆਂ ਸਾਹਮਣੇ ਹੈ। ਜਿਵੇਂ ਪਿੱਛੇ ਜੰਮੂ ਕਸ਼ਮੀਰ ਦਾ ਇਸ਼ੂ ਹੈ, ਉਹ ਤਾਂ ਅਸੀਂ ਬੜਾ ਰੌਲਾ ਪਾਇਆ ਸੀ ਕਿ ਸਾਡੀ ਭਾਸ਼ਾ ਨਾਲ ਧੱਕਾ ਹੋਇਆ ਉੱਥੇ। ਪਰ ਅਸੀਂ ਆਪਣੇ ਵੱਲ ਇੱਧਰ ਜਿਹੜਾ ਹੈ ਖਿਆਲ ਨਹੀਂ ਕੀਤਾ, ਜਿਹੜਾ ਸਾਡਾ ਬੇਸ ਸੀ। ਹੁਣ ਰਹੀ ਗੱਲ ਜਿਹੜੀ ਤੁਸੀਂ ਕਿਹਾ ਸੀ ਕਿ ਵੀ ਕੀ ਬੁਝਾਰਤ ਹੈਗੀ ਹੈ, ਮੋੜ ਲਿਆਵੋ ਕੰਦੂ ਖੇੜਾ, ਇਹ ਤਾਂ ਆਪਾਂ ਅੱਜ ਲਿਖਿਆ। ਪਰ 1985-86 ਦੇ ਵਿੱਚ ਆਤਿਸ਼ ਜਿਹੜੇ ਮੁੰਡੇ ਅੱਜ ਤਾਂ ਹੁਣ ਤਾਂ ਜਵਾਨ ਹੋ ਗਏ ਹੋਣਗੇ, ਉਹ ਵੀ ਜਦੋਂ ਜੰਮੇ ਹੋਣਗੇ ਉਸ ਦਿਨਾਂ ਦੇ ਵਿੱਚ, ਤਾਂ ਉਦੋਂ ਇੱਕ ਨਾਅਰਾ ਬੁਲੰਦ ਹੋਇਆ ਸੀ ਜਿਹਦੀ ਕੌਮਾਂਤਰੀ ਪੱਧਰ 'ਤੇ ਚਰਚਾ ਹੋਈ ਸੀ, ਕੰਦੂ ਖੇੜਾ ਕਰੂ ਨਵੇੜਾ। ਉਹਦਾ ਮਸਲਾ ਇਹ ਸੀ ਕਿ ਅਸੀਂ ਚਾਹੁੰਦੇ ਸੀ ਕਿ ਜਿਹੜੇ ਪੰਜਾਬੀ ਬੋਲਦੇ ਇਲਾਕੇ ਹੈ ਉਹ ਸਾਨੂੰ ਦਿੱਤੇ ਜਾਣ, ਉਹ ਸਾਡੀ ਡਿਮਾਂਡ ਹੈ ਜਿਹੜੀ ਬਰਕਰਾਰ ਸੀ। ਤਾਂ ਉਸ ਟਾਈਮ ਇਹ ਗੱਲ ਜਦੋਂ ਰਾਜੀਵ ਲੌਂਗੋਵਾਲ ਸਮਝੌਤਾ ਵੀ ਹੋਇਆ
ਤਾਂ ਉਦੋਂ ਇਹ ਸੀ ਕਿ ਜਿਹੜੇ ਹਿੰਦੀ ਸਪੀਕਿੰਗ ਏਰੀਆਜ਼ ਨੇ ਉਹ ਹਰਿਆਣਾ ਕਹਿੰਦਾ ਸੀ ਕਿ ਉਹ ਸਾਨੂੰ ਵਾਪਸ ਕੀਤੇ ਜਾਣ। ਜੀ ਤਾਂ ਸੈਂਟਰਲ ਗਵਰਨਮੈਂਟ ਨੇ ਉਸ ਟਾਈਮ ਮੈਥਿਊ ਕਮਿਸ਼ਨ ਬਣਾਇਆ ਸੀ ਇੱਕ 1985-86 ਦੇ ਵਿੱਚ। ਤਾਂ ਉਹਨਾਂ ਨੇ ਇਸ ਰੌਲੇ ਨੂੰ ਖਤਮ ਕਰਨ ਦੇ ਲਈ ਇਹ ਕਿਹਾ ਸੀ ਕਿ ਜਿਹੜੇ ਅਬੋਹਰ ਫਾਜ਼ਿਲਕਾ ਦੇ ਜਿਨ੍ਹਾਂ ਤੇ ਹਰਿਆਣਾ ਕਲੇਮ ਕਰਦਾ ਰਿਹਾ ਹੈ ਕਿ ਸਾਨੂੰ ਇਹ ਵਾਪਸ ਕੀਤੇ ਜਾਣ ਸਾਡੇ ਏਰੀਆ, ਤਾਂ ਉਹਨਾਂ ਨੇ ਕੰਦੂ ਖੇੜਾ ਪਿੰਡ ਨੂੰ ਇੱਕ ਯੂਨਿਟ ਮੰਨ ਲਿਆ ਸੀਗਾ। ਕਿਸ ਤਰ੍ਹਾਂ ਕਿ ਉਹ ਇੱਕ ਮੁਕਤਸਰ ਜ਼ਿਲ੍ਹੇ ਦਾ ਪਿੰਡ ਹੈਗਾ ਜਿਸ ਦੇ ਇੱਕ ਪਾਸੇ ਹਰਿਆਣਾ ਪੈਂਦਾ ਹੈ, ਇੱਕ ਪਾਸੇ ਰਾਜਸਥਾਨ ਲੱਗਦਾ ਹੈ, ਇੱਕ ਪਾਸੇ ਸਾਡਾ ਪੰਜਾਬ ਲੱਗਦਾ, ਇੱਕ ਤਕੋਣ ਦੇ ਵਿੱਚ ਬਿਲਕੁਲ ਵਿਚਾਲੇ ਪੈਂਦਾ ਹੈਗਾ, ਇੱਕ ਤਰ੍ਹਾਂ ਤਿੰਨੇ ਪਾਸੇ ਹੋਗਾ ਨਾ, ਇੱਕ ਸੈਂਟਰ 'ਚ ਹੈਗਾ। ਤਾਂ ਉਹ ਇਹ ਕਿਹਾ ਸੀ ਕਿ ਅਸੀਂ ਉੱਥੇ ਭਾਸ਼ਾਈ ਜਿਹੜੀ ਜਨਗਣਨਾ ਕਰਾਈ ਜਾਏਗੀ ਉਸ ਪਿੰਡ ਦੇ ਵਿੱਚ। ਅਗਰ ਉੱਥੋਂ ਦੇ ਮੈਜੋਰਟੀ ਲੋਕ ਹੈ ਜੇ ਆਪਣੀ ਉਹ ਭਾਸ਼ਾ ਨੂੰ ਹਿੰਦੀ ਲਿਖਿਆ ਦਿੰਦੇ ਨੇ ਤਾਂ ਇਹ ਜਿਹੜੇ 56 ਪਿੰਡ ਹੈ ਅਬੋਹਰ ਫਾਜ਼ਿਲਕਾ ਦੇ ਹਰਿਆਣਾ ਨੂੰ ਦੇ ਦਿੱਤੇ ਜਾਣਗੇ। ਤਾਂ ਉਸ ਟਾਈਮ ਬਰਨਾਲਾ ਵਜ਼ਾਰਤ ਸੀ ਤੇ ਸਾਡੇ ਕੈਪਟਨ ਅਮਰਿੰਦਰ ਸਿੰਘ ਹੈ ਜਿਹੜੇ ਇਹ ਖੇਤੀ ਮੰਤਰੀ ਹੁੰਦੇ ਸੀ। ਤਾਂ ਉਦੋਂ ਅਸਾਮ ਰਾਈਫਲ ਸੈਂਟਰ ਫੋਰਸਸ ਉੱਥੇ ਲਾਈਆਂ ਗਈਆਂ ਕਿਉਂਕਿ ਉੱਥੇ 2-3 ਦਿਨ ਉੱਥੇ ਜਿਹੜੀ ਜਨਗਣਨਾ ਚੱਲਣੀ ਸੀ। ਤਾਂ ਉਸ ਪਿੰਡ ਨੂੰ ਚਾਰੇ ਪਾਸਿਓਂ 8 ਦਿਨ ਪੂਰਾ ਸੀਲ ਰੱਖਿਆ ਗਿਆ ਤੇ ਸਾਡੇ ਕੈਪਟਨ ਅਮਰਿੰਦਰ ਸਿੰਘ ਖੁਦ ਲਾਟਰਨ ਲੈ ਕੇ ਬੰਦੂਕ ਚੱਕ ਕੇ ਹਰਿਆਣਾ ਦਾ ਜਿਹੜਾ ਬਾਰਡਰ ਸੀ ਪੰਜਾਬ ਹਰਿਆਣਾ ਦਾ ਕੰਦੂ ਖੇੜਾ ਉੱਥੇ ਬੈਠੇ ਸੀ। ਇਹਨਾਂ ਨਾਲ ਉਸ ਟਾਈਮ ਦੇ ਜਿਹੜੇ ਖਜ਼ਾਨਾ ਮੰਤਰੀ ਬਲਵੰਤ ਸਿੰਘ ਸੀ ਉਹ ਸੀ, ਭਾਈ ਸ਼ਮਿੰਦਰ ਜੀ ਸੀ ਜਿਹੜੇ MP ਰਹੇ ਨੇ ਔਰ ਟੈਰਰਿਜ਼ਮ ਦੇ ਪੀੜ ਦੇ ਵਿੱਚ ਮਾਰੇ ਗਏ ਸੀ, ਕਤਲ ਹੋਇਆ ਸੀ ਉਹਨਾਂ ਦਾ, ਤੇ ਉਹ ਵੀ ਉਹਨਾਂ ਦੇ ਨਾਲ ਸੀ। ਉਹਦਾ ਮਤਲਬ ਇਹ ਸੀ ਕਿ ਹਰਿਆਣਾ ਦੇ ਵਿੱਚ ਭਜਨ ਲਾਲ ਜੀ ਸਰਕਾਰ ਸੀਗੀ ਤਾਂ ਇਹਨਾਂ ਨੂੰ ਇਹ ਸੀ ਕਿ ਭਜਨ ਲਾਲ ਸਰਕਾਰ ਹੈ ਜਿਹੜੀ ਉੱਥੋਂ ਆਪਣੇ ਹਿੰਦੀ ਬੋਲਦੇ ਜਿਹੜੇ ਬੰਦੇ ਹੈ ਉੱਥੇ ਘੁਸਪੈਠ ਕਰਵਾ ਸਕਦੀ ਹੈ ਕਿ ਤਾਂ ਕਿ ਉਹ ਜਿਹੜੇ 56 ਪਿੰਡਾਂ ਨੂੰ ਆਪਣੇ ਹਰਿਆਣਾ ਦੇ ਵਿੱਚ ਸ਼ਾਮਲ ਕਰਾਇਆ ਜਾ ਸਕੇ। ਤੇ ਉੱਥੋਂ ਦਾ ਸਰਪੰਚ ਹੈ, ਮੈਂ ਕੰਦੂ ਖੇੜੇ ਪਿਛਲੇ 20 ਸਾਲਾਂ 'ਚ 3-4 ਵਾਰੀ ਮੇਰਾ ਉੱਥੇ ਜਾਣ ਹੋਇਆ। ਹੁਣ ਤਾਂ ਉੱਥੋਂ ਦਾ ਸਰਪੰਚ ਹੈ ਜਿਹੜਾ ਹਨੂਮਾਨ ਬਿਸ਼ਨੋਈ ਸੀਗਾ, ਚੌਧਰੀ ਸੀ, ਤੇ ਉਸ ਟਾਈਮ ਉਹ ਸਰਪੰਚ ਹੁੰਦਾ ਸੀ ਜਦੋਂ ਇਹ ਰੌਲਾ ਪਿਆ। ਤੇ ਇੰਟਰਨੈਸ਼ਨਲ ਪ੍ਰੈਸ ਵੀ ਉਸ ਪਿੰਡ ਦੇ ਵਿੱਚ ਆਈ ਸੀ ਉਹਨਾਂ ਦਿਨਾਂ ਦੇ ਵਿੱਚ। ਮੈਂ ਉਸ ਨੂੰ ਖੁਦ ਵੀ ਮਿਲਿਆ ਤਾਂ ਉਸਨੇ ਲੰਬੇ ਅਰਸੇ ਬਾਅਦ ਵੀ ਕਿਹਾ ਵੀ ਸੀ ਕਿਉਂਕਿ ਉਸਨੇ ਖੁਦ ਉਸ ਟਾਈਮ ਜਿਹੜੀ ਆਪਣੀ ਭਾਸ਼ਾ ਹੈ ਉਹ ਹਿੰਦੀ ਲਿਖਾਈ ਸੀ। ਉਸ ਤੋਂ ਬਾਅਦ ਉਹਨੇ ਮਹਿਸੂਸ ਕੀਤਾ ਕਿ ਸਾਨੂੰ ਕਿਸੇ ਦਾਬੇ ਹੇਠ ਕਰਨੀ ਪੈ ਗਈ, ਪਰ ਅਸੀਂ ਰਹਿਣਾ ਜਿਹੜੇ ਉਹ ਪੰਜਾਬ 'ਚ ਚਾਹੁੰਦੇ ਕਿਉਂਕਿ ਬਹੁਤ ਸਾਰੇ ਪਿੰਡ ਉਧਰਲੇ ਹੈਗੇ ਬਿਸ਼ਨੋਈਆਂ ਦੇ ਪਿੰਡ ਨੇ। ਤਾਂ ਮੁੱਕਦੀ ਗੱਲ ਉੱਥੇ ਇਹ ਸੀ ਆਤਿਸ਼ ਕੇ 91.9 ਲੋਕਾਂ ਨੇ ਉਸ ਪਿੰਡ ਦਿਆਂ ਨੇ ਆਪਣੀ ਜਿਹੜੀ ਭਾਸ਼ਾ ਹੈਗੀ ਆ ਉਹ ਪੰਜਾਬੀ ਲਿਖਾਈ ਸੀ। ਚਲੋ ਇਸ ਗੱਲੋਂ ਕਿ ਉਹ ਇਹ ਕਿਹਾ ਜਾਂਦਾ ਹੈ ਕਿ ਇਹ ਪਿੰਡ ਹੈ ਜਿਹੜੇ ਉਸ ਟਾਈਮ ਬਚਾ ਲਏ ਗਏ ਸੀ। ਤਾਂ ਅੱਜ ਤਾਂ ਪ੍ਰਕਾਸ਼ ਸਿੰਘ ਬਾਦਲ ਸਾਡੇ ਜਿਹੜੇ ਸਾਬਕਾ ਮੁੱਖ ਮੰਤਰੀ ਕੁਝ ਵੀ ਕਹਿਣ ਕਿ ਅਮਰਿੰਦਰ ਕਿਹੋ ਜਿਹੇ ਨੇ, ਪਰ ਉਦੋਂ ਇਹਨਾਂ ਨੇ ਪਿੱਠ ਥਾਪੜੀ ਸੀ ਕਿਉਂਕਿ ਇਹਨਾਂ ਦੀ ਥੋੜੀ ਜੀ ਬਰਨਾਲਾ ਸਾਹਿਬ ਨੇ ਵੀ ਖਟਾਸ ਚੱਲ ਰਹੀ ਸੀ। ਤਾਂ ਇਹਨਾਂ ਨੇ ਸਾਰਾ ਕ੍ਰੈਡਿਟ ਅਮਰਿੰਦਰ ਸਿੰਘ ਨੂੰ ਦਿੱਤਾ ਸੀ। ਇਹ ਔਨ ਰਿਕਾਰਡ ਗੱਲ ਇਹਨਾਂ ਨੇ ਕਿਹਾ ਸੀ ਕਿ ਅਮਰਿੰਦਰ ਸਿੰਘ ਨੇ ਪਿੰਡ ਬਚਾ ਲਏ 56, ਚਾਹੇ ਇੱਕ ਜੁਆਇੰਟ ਅਕਾਲੀ ਦਲ ਦੀ ਉਹ ਐਫਰਟ ਸੀ, ਇੱਕ ਸਰਕਾਰ ਦੀ ਐਫਰਟ ਸੀ, ਤੇ ਉਦੋਂ ਇਹਨਾਂ ਨੂੰ ਸ਼ਾਬਾਸ਼ ਦਿੱਤੀ ਗਈ ਸੀ। ਤਾਂ ਉਹ ਪਿੰਡ 350 ਘਰਾਂ ਦਾ ਪਿੰਡ ਹੈ, 4000 ਦੀ ਉੱਥੇ ਆਬਾਦੀ ਹੈ। ਤੇ ਉਸ ਟਾਈਮ ਸਰਕਾਰਾਂ ਨੇ ਉਸ ਪਿੰਡ ਨਾਲ ਵੀ ਵਾਅਦੇ ਕੀਤੇ ਸੀ ਬਹੁਤ ਸਾਰੇ ਕਿ ਤੁਹਾਨੂੰ ਜੀ ਚੰਡੀਗੜ੍ਹ ਬਣਾ ਦਿਆਂਗੇ, ਤੁਹਾਨੂੰ ਕਾਲਜ ਦੇ ਦਿਆਂਗੇ, ਤੁਹਾਨੂੰ ਨਵੋਦਿਆ ਸਕੂਲ ਦੇ ਦਿਆਂਗੇ। ਪਰ ਮੈਂ ਬੜੇ ਲੰਬੇ ਪਿੱਛੇ ਜਦੋਂ ਇਹਨਾਂ ਨੇ 2016 ਦੇ ਵਿੱਚ 50 ਸਾਲਾ ਬਣਾਇਆ ਪੰਜਾਬੀ ਸੂਬੇ ਦਾ, ਮੈਂ ਉਦੋਂ ਉਸ ਟਾਈਮ ਵੀ ਉਸ ਪਿੰਡ ਨਾਲ ਸੰਪਰਕ ਕੀਤਾ ਸੀ। ਉਹਨਾਂ ਨੇ ਕਿਹਾ ਸੀ ਕਿ ਅੱਜ ਤੱਕ ਸਾਡੇ ਨਾ ਤਾਂ ਸਕੂਲ ਬਣਿਆ ਤੇ ਨਾ ਸਾਨੂੰ ਕਾਲਜ ਮਿਲੇ, ਤੇ ਚੰਡੀਗੜ੍ਹ ਬਣਨਾ ਤਾਂ ਦੂਰ ਦੀ ਗੱਲ ਹੈ। ਤਾਂ ਇਸ ਕਿਸਮ ਦਾ ਉਦੋਂ ਇੱਕ ਲੜਾਈ ਚੱਲਦੀ ਸੀ ਕਿ ਜਿਹੜੇ ਅਸੀਂ ਮੰਗਦੇ ਸੀ ਕਿ ਸਾਡੇ ਪੰਜਾਬੀ ਬੋਲਦੇ ਇਲਾਕੇ ਸ਼ਾਮਲ ਕੀਤੇ ਜਾਣ ਤੇ ਉਹ ਕਹਿੰਦੇ ਸੀ ਕਿ ਸਾਡੇ ਹਿੰਦੀ ਸਪੀਕਿੰਗ ਏਰੀਆ ਦਿੱਤੇ ਜਾਣ। ਪਰ ਇਹ ਇੱਕ ਨਾਰਾ ਹੋਰ ਵੀ ਲੱਗਿਆ ਸੀ ਆਤਿਸ਼ ਉਸ ਟਾਈਮ, ਉਹ ਸੀ ਕਿ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ। ਤਾਂ ਉਹ ਅੱਜ ਤੱਕ ਦੇਖ ਲਓ ਫੁੱਲ ਤਾਂ ਖਿੜੀ ਜਾਂਦੇ ਨੇ ਅੱਜ ਵੀ, ਪਰ ਜਿਹੜਾ ਚੰਡੀਗੜ੍ਹ ਹੈ ਉਹ ਪੰਜਾਬ ਦਾ ਨਹੀਂ ਹੋਇਆ। ਔਰ ਸਾਡੇ ਜਿਹੜੇ ਹੁਕਮਰਾਨ ਹੈ ਜਾਂ ਸਾਡੀਆਂ ਸਰਕਾਰਾਂ ਨੇ, ਚਲੋ ਬਾਕੀਆਂ ਤੋਂ ਅਸੀਂ ਕਲੇਮ ਨਹੀਂ ਕਰਦੇ, ਕੋਈ ਸ਼੍ਰੋਮਣੀ ਅਕਾਲੀ ਦਲ ਦਾ ਇਸ ਚੀਜ਼ ਦਾ ਸਿਹਰਾ ਲੈਂਦਾ, ਇਹਨਾਂ ਨੇ ਚੰਡੀਗੜ੍ਹ ਦੀ ਥਾਂ ਜਿਹੜਾ ਨਿਊ ਚੰਡੀਗੜ੍ਹ ਵਸਾ ਲਿਆ ਹੈਗਾ। ਔਰ ਚੰਡੀਗੜ੍ਹ ਟੈਰੀਟਰੀ ਦੇ ਵਿੱਚ ਜਿੰਨੇ ਵੀ ਸਰਕਾਰੀ ਦਫ਼ਤਰ ਸੀ, ਹੈੱਡ ਆਫਿਸ ਸੀ, ਉਹਨਾਂ 'ਚੋਂ ਜਿਹੜੇ ਮੋਸਟਲੀ ਮੋਹਾਲੀ ਜਿਹੜੇ ਸ਼ਿਫਟ ਕਰ ਲਏ ਗਏ ਨੇ। ਔਰ ਅਕਾਲੀ ਦਲ ਹੈ ਜਿਹੜਾ ਹੁਣ ਚੰਡੀਗੜ੍ਹ ਦੀ ਜਿਹੜੀ ਗੱਲ ਕਰਨੋਂ ਵੀ ਜਿਹੜਾ ਹਟ ਗਿਆ ਹੈਗਾ। ਤਾਂ ਇਸ ਤਰ੍ਹਾਂ ਪਾਣੀਆਂ ਦਾ ਮਾਮਲਾ ਹੈ, ਰਿਪੇਰੀਅਨ ਲਾ ਦੇ ਸਾਡੀ ਮਾਲਕੀ ਉਸ ਦੇ ਲਾ ਦੇ ਅਕੋਰਡਿੰਗ ਅੱਜ ਤੱਕ ਨਹੀਂ ਕੰਸੀਡਰ ਕੀਤੀ। ਸਾਨੂੰ ਅੱਜ ਤੱਕ ਜਿਹੜੀ ਸਾਡੀ ਹਾਈ ਕੋਰਟ ਨਹੀਂ ਮਿਲੀ ਇੰਡੀਪੈਂਡੈਂਟ ਕੈਪੈਸਿਟੀ ਦੇ ਵਿੱਚ, ਤੇ ਬਹੁਤ ਸਾਰੇ ਲਕੂਨੇ ਹੈ ਕਿ ਜੀ ਤੋਂ ਅਕਾਲੀ ਦਲ ਨੇ ਹੁਣ ਮੂੰਹ ਫੇਰਿਆ ਹੋਇਆ, ਜਿਨ੍ਹਾਂ ਤੇ ਅਸੀਂ ਟਾਈਮ ਟੂ ਟਾਈਮ ਕਲੇਮ ਕਰਦੇ ਰਹੇ ਹਾਂ। ਚਰਨਜੀਤ ਜੀ, ਜਿਵੇਂ ਹੁਣ ਤੁਸੀਂ ਦੱਸਿਆ
ਵੀ ਕਿਹਾ ਅਸੀਂ ਪੰਜਾਬੀ ਸੂਬੇ ਦੀ ਗੱਲ ਕਰ ਰਹੇ ਹਾਂ। ਇਹਦੀ ਨੀਂਹ ਜਿਹੜੀ ਹੈਗੀ ਸ਼੍ਰੋਮਣੀ ਅਕਾਲੀ ਦਲ ਨੇ ਰੱਖੀ ਸੀ। ਉਸ ਸਮੇਂ ਵੀ ਜਿਹੜਾ ਸੀ ਬਹੁਤ ਚੀਜ਼ਾਂ ਜਿਹੜੀ ਸੀ ਘਾਟ ਰਹਿ ਗਈ ਸੀ, ਚਾਹੇ ਪੰਜਾਬ ਦੀ ਵੱਖਰੀ ਰਾਜਧਾਨੀ ਦੀ, ਹਾਈ ਕੋਰਟ ਦੀ, ਜਿਵੇਂ ਕਿ ਹੁਣ ਤੁਸੀਂ ਦੱਸ ਕੇ ਵੀ ਹਟੇ ਹੋ ਵੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਾਫੀ ਸਮਾਂ ਤਾਂ ਜਿਹੜਾ ਹੈਗਾ ਉਸ ਲਈ ਸੰਘਰਸ਼ ਕੀਤਾ। ਪਰ ਅੱਜ ਸ਼੍ਰੋਮਣੀ ਅਕਾਲੀ ਦਲ ਵੀ ਜਿਹੜਾ ਹੈਗਾ ਇਹਨਾਂ ਮੁੱਦਿਆਂ ਤੋਂ ਆਪਣਾ ਮੂੰਹ ਫੇਰ ਚੁੱਕਿਆ। ਅਸੀਂ ਨਾਲ ਇਹ ਵੀ ਜਾਣਨਾ ਚਾਹਾਂਗੇ ਕੀ ਸ਼੍ਰੋਮਣੀ ਅਕਾਲੀ ਦਲ ਇਹ ਪੁਰਾਣੇ ਮੁੱਦਿਆਂ ਨੂੰ ਛੱਡ ਕੇ ਨਵੇਂ ਜਿਹੜੇ ਵੀ ਮਸਲੇ ਨੇ, ਪੰਜਾਬ ਦੀ ਮੁਸ਼ਕਿਲਾਂ ਨੇ, ਉਹਨਾਂ ਦੇ ਜਿਹੜਾ ਹੈਗਾ ਸਟੈਂਡ, ਉਹਨਾਂ ਦੀ ਗੱਲਬਾਤ ਕਰਨ 'ਤੇ ਸਹੀ ਸਟੈਂਡ ਲੈ ਪਾ ਰਹੇ? ਆਤਿਸ਼, ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਇਹਦਾ ਇੱਕ ਬੜਾ ਲੰਬਾ ਇਤਿਹਾਸ ਹੈਗਾ ਜੀ। ਸ਼੍ਰੋਮਣੀ ਅਕਾਲੀ ਦਲ ਮਤਲਬ ਕਿ ਅਸੀਂ ਕਹਿੰਦੇ ਸੀ ਕਿ ਇਹ ਤਿਆਗ ਦੀ ਮੂਰਤ, ਜੀ। ਜਾਂ ਅਸੀਂ ਕਹਿੰਦੇ ਸੀ ਕਿ ਇਹ ਕੁਰਬਾਨੀ ਦਾ ਚਿਹਰਾ। ਜੀ। ਪਰ ਜਿੰਨਾ ਟਾਈਮ ਤਾਂ ਅਸੀਂ ਇਹਦਾ ਜਿਹੜਾ ਸ਼੍ਰੋਮਣੀ ਅਕਾਲੀ ਦਾ ਆਈਡੀਓਲੋਜੀਕਲ ਬੇਸ ਹੈ ਜਿਹੜਾ ਉਹ ਪੰਥਕ ਰਿਹਾ, ਉਹਨਾਂ ਟਾਈਮ ਸਭ ਕੁਝ ਠੀਕ ਚੱਲਦਾ ਰਿਹਾ। ਅਕਾਲੀ ਦਲ ਨੇ ਇੱਕ ਬੜੀ ਲੰਬੀ ਘਾਲਣਾ ਘਾਲੀ ਹੈ, ਔਰ ਅਕਾਲੀ ਦਲ ਦੀ ਇੱਕ ਬੜੀ ਵੱਡੀ ਕ੍ਰੈਡੀਬਿਲਿਟੀ ਸੀ, ਔਰ ਅਕਾਲੀ ਦਲ ਦੇ ਇੱਕ ਸੱਦੇ ਤੇ ਜਿਹੜੇ ਹਜ਼ਾਰਾਂ ਲੱਖਾਂ ਲੋਕ ਜਿਹੜੇ ਇਕੱਠੇ ਹੋ ਜਾਂਦੇ ਸੀ। ਜਿਸ ਟਾਈਮ ਪਾਣੀਆਂ ਦਾ ਮਸਲਾ ਆਇਆ ਸੀਗਾ ਸਾਡੇ ਕੋਲ ਸਾਹਮਣੇ, ਕਪੂਰੀ 'ਚ ਟੱਕ ਲਾਇਆ ਸੀ ਇੰਦਰਾ ਗਾਂਧੀ ਨੇ, ਕਪੂਰੀ ਦਾ ਮੋਰਚਾ ਕਹਿ ਲਓ ਜਿਹੜਾ ਬਾਅਦ ਧਰਮ ਯੁੱਧ ਮੋਰਚੇ 'ਚ ਤਬਦੀਲ ਹੁੰਦਾ ਹੈ, ਉਦੋਂ ਕਿੰਨੀਆਂ ਕੁਰਬਾਨੀਆਂ, ਕਿੰਨੇ ਲੋਕਾਂ ਨੇ ਜਿਹੜੀਆਂ ਉਹਨਾਂ ਮੋਰਚਿਆਂ ਦੇ ਵਿੱਚ ਸ਼ਾਮਲ ਹੋਏ। ਅਤੇ ਉਸ ਤੋਂ ਪਹਿਲਾਂ ਪੰਜਾਬੀ ਸੂਬੇ ਦਾ ਮੋਰਚਾ, ਐਮਰਜੈਂਸੀ ਵੇਲੇ ਦਾ ਮੋਰਚਾ ਉਹ ਕਹਿ ਲਓ ਤੁਸੀਂ, ਜਾਂ 1973 ਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਜਿਹੜਾ ਅਨੰਦਪੁਰ ਸਾਹਿਬ ਦਾ ਜਿਹੜਾ ਰੈਜੂਲੇਸ਼ਨ ਪਾਸ ਕੀਤਾ ਸੀ, ਜਿਹਦੇ ਵਿੱਚ ਗੱਲ ਕੀਤੀ ਗਈ ਸੀ ਆਪਣੀ ਆਜ਼ਾਦ ਹਸਤੀ ਦੀ ਗੱਲ ਕੀਤੀ ਗਈ ਸੀ, ਆਜ਼ਾਦ ਖਿੱਤੇ ਦੀ ਗੱਲ ਕੀਤੀ ਗਈ ਸੀਗੀ, ਆਜ਼ਾਦ ਵਜੂਦ ਦੀ ਗੱਲ ਕੀਤੀ ਗਈ ਸੀ, ਤਾਂ ਜਿਹਨੂੰ ਅੱਗੇ ਇੰਡੋਰਸ ਕੀਤਾ ਜਾਂਦਾ 1978 ਦੇ ਵਿੱਚ, ਜਿਹਨੂੰ ਅੱਜ ਅਸੀਂ ਰੌਲਾ ਪਾ ਰਹੇ ਹਾਂ ਫੈਡਰਲਿਜ਼ਮ ਦਾ। ਅਤੇ ਉਸ ਟਾਈਮ ਤਾਂ ਅਕਾਲੀ ਦਲ ਨੇ ਫੈਡਰਲਿਜ਼ਮ ਦੇ ਇਸ਼ੂ 'ਤੇ ਇੱਕ ਲੰਬੀ ਲੜਾਈ ਲੜੀ ਹੈ। ਉਸ ਟਾਈਮ ਵੀ ਇਹ ਸੀ ਕਿ ਤੁਸੀਂ ਜਿਹੜੀ ਸੈਂਟਰ ਦੇ ਜਿਹੜੇ ਮੇਨ 4-5 ਸਬਜੈਕਟ ਆ ਉਹ ਆਪਣੇ ਕੋਲ ਰੱਖ ਕੇ ਬਾਕੀ ਜਿਹੜੇ ਸੂਬਿਆਂ ਦੇ ਹੱਥ ਹੈ ਜਿਹੜੇ ਉਹ ਮੌਜੂਦ ਕਰਨੇ ਚਾਹੀਦੇ ਨੇ। ਔਰ ਸ਼੍ਰੋਮਣੀ ਅਕਾਲੀ ਦਲ ਤਾਂ ਹਮੇਸ਼ਾ ਹੀ ਜਿਹੜੀਆਂ ਦੂਸਰੀਆਂ ਖੇਤਰੀ ਪਾਰਟੀਆਂ ਨੇ, ਖਾਸ ਕਰਕੇ ਤਾਮਿਲਨਾਡੂ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਕਰੂਣਾਨਿਧੀ ਨਾਲ ਬੜੀ ਸਾਂਝ ਰਹੀ ਹੈ। ਔਰ ਖੇਤਰੀ ਪਾਰਟੀਆਂ 'ਚ ਪੰਜਾਬ ਔਰ ਤਾਮਿਲਨਾਡੂ ਜਿਹੜਾ ਹਮੇਸ਼ਾ ਹੀ ਪਹਿਲੀ ਕਤਾਰ 'ਚ ਹੋ ਕੇ ਲੜਾਈ ਲੜਦੇ ਰਹੇ ਨੇ। ਤਾਂ ਇਸ ਕਿਸਮ ਦਾ ਜਿਹੜੇ ਇਸ਼ੂਆਂ 'ਤੇ ਪੰਥ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਲੜਦਾ ਰਿਹਾ ਹਮੇਸ਼ਾ, ਅਤੇ ਇਹਦੀ ਸਾਖ ਵੀ ਜਿਹੜੀ ਇਸੇ ਕਰਕੇ ਬਚੀ ਰਹੀ ਹੈ ਹੁਣ ਤੱਕ। ਪਰ ਅਤਿਸ਼ ਵਿਗਾੜ ਉਦੋਂ ਪੈਦਾ ਹੋ ਗਿਆ ਕਿ ਜਦੋਂ ਇਹਨਾਂ ਨੇ ਆਪਣਾ ਆਈਡੀਓਲੋਜੀਕਲ ਬੇਸ ਨੂੰ ਚੇਂਜ ਕਰ ਲਿਆ ਇੱਕ ਤਰ੍ਹਾਂ ਦਾ। ਉਸ ਤੋਂ ਪਹਿਲਾਂ ਜਦੋਂ ਇਹਨਾਂ ਨੂੰ ਲੱਗਿਆ ਕਿ ਇੱਕ ਭਾਜਪਾ ਜੀ ਜਨਸੰਘ ਸੀ, ਜਿਹੜੀ ਜਨਸੰਘ ਨਾਲ ਇਹਨਾਂ ਦੀ ਪਹਿਲਾਂ ਇੱਕ ਤਰ੍ਹਾਂ ਦੀ ਰਹੀ ਹੈ, ਸਿਆਸੀ ਸਾਂਝ ਰਹੀ ਹੈ ਟਾਈਮ ਟੂ ਟਾਈਮ, ਪਰ ਜਦੋਂ ਸੈਂਟਰਲ ਲੈਵਲ 'ਤੇ ਉਭਾਰ ਹੁੰਦਾ ਹੈ ਭਾਜਪਾ ਦਾ, ਉਦੋਂ ਇਹਨਾਂ ਦੀ ਜਿਹੜੀ ਦੋਸਤੀ ਉਹ ਜ਼ਿਆਦਾ ਗੂੜੀ ਹੁੰਦੀ ਹੈ। ਉਸ ਟਾਈਮ ਇੱਕ ਜਿਹੜੀ ਲਾਈਨ ਖਿੱਚੀ ਜਾਂਦੀ ਹੈ ਕਿ ਜਿਹੜੀ ਇੱਕ ਖੇਤਰੀ ਪਾਰਟੀਆਂ ਨਾਲ ਤੁਹਾਡੀ ਸਾਂਝ ਬਣੀ ਹੁੰਦੀ ਹੈ, ਤੁਸੀਂ ਉੱਧਰੋਂ ਵਿਡਰਾਅ ਕਰਨਾ ਸ਼ੁਰੂ ਕਰ ਦਿੰਦੇ ਹੋ ਹੌਲੀ ਹੌਲੀ, ਅਤੇ ਤੁਹਾਡੀ ਜਿਹੜੀ ਨੇੜਤਾ ਹੈਗੀ ਆ ਉਹ ਸੈਂਟਰ ਵੱਲ ਹੋਣੀ ਸ਼ੁਰੂ ਹੋ ਜਾਂਦੀ ਹੈ, ਝੁਕਾਅ ਉੱਧਰ ਹੋਣਾ ਚਾਹੀਦਾ ਹੈ। ਅਤੇ 1995 'ਚ ਤਾਂ ਜਦੋਂ ਇਹਨਾਂ ਦੀ ਦੋਸਤੀ ਪੈਂਦੀ ਹੈ ਕਿ ਜਦੋਂ ਇਹ ਨਾਅਰਾ ਦਿੰਦੇ ਹੈ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦਾ, ਆਪਣਾ ਜਿਹੜਾ ਪੁਰਾਣਾ ਬੇਸ ਹੈ ਉਸ ਤੋਂ ਥੜਕਦੇ ਨੇ, ਤਾਂ ਉਦੋਂ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਕਿ ਜਿਹੜਾ ਮੈਨੀਫੈਸਟੋ ਛਪੇ ਸੀ ਵਾਜਪਾਈ ਸਾਹਿਬ ਨਾਲ, ਜਿਹੜੀ ਵੱਡੀ ਫੋਟੋ ਹੈ ਬਾਦਲ ਸਾਹਿਬ ਦੀ, ਉਹ ਪਹਿਲੇ ਪੰਨੇ 'ਤੇ ਮੈਨੀਫੈਸਟੋ ਛਾਪੀ ਗਈ ਸੀ। ਸਰਕਾਰਾਂ ਵੀ ਬਣਦੀਆਂ ਨੇ, 97 ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਾਂਝੀ ਸਰਕਾਰ ਬਣਦੀ ਹੈ, ਅਤੇ 98 'ਚ ਸਰਦਾਰ ਸੁਖਬੀਰ ਸਿੰਘ ਬਾਦਲ ਹੈ ਜਿਹੜੇ ਉਹ ਸੈਂਟਰ ਦੇ ਵਿੱਚ ਵਜ਼ੀਰ ਬਣਦੇ ਨੇ, ਅਤੇ ਉਸ ਤੋਂ ਬਾਅਦ ਤਾਂ ਫਿਰ ਗੱਲ ਹੀ ਚੇਂਜ ਹੋ ਗਈ। ਔਰ ਜਿਹੜੇ ਆਪਾਂ ਗੱਲਾਂ ਪੰਜਾਬੀ ਸੂਬਾ ਅੱਜ ਆਪਾਂ ਗੱਲ ਕਰ ਰਹੇ ਪੰਜਾਬ ਦਿਵਸ ਦੇ ਮੌਕੇ 'ਤੇ, ਕਿ ਅਕਾਲੀ ਦਲ ਨੇ ਜਿਨ੍ਹਾਂ 'ਤੇ ਇੱਕ ਪਹਿਰਾ ਦਿੱਤਾ ਸੀਗਾ ਜਿਹੜੇ ਇਸ਼ੂ ਨੂੰ ਲੈ ਕੇ, ਜਿਹਨੂੰ ਆਪਾਂ ਮੂਲ ਇਸ਼ੂ ਕਹਿੰਦੇ ਆ ਪੰਜਾਬ ਦੀਆਂ, ਮੂਲ ਸਮੱਸਿਆ ਕਹਿੰਦੇ, ਇਹਨੂੰ ਪੰਜਾਬ ਸਮੱਸਿਆ ਦਾ ਵੀ ਨਾਂ ਦਿੱਤਾ ਗਿਆ ਸੀ ਜਦੋਂ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ ਸੀ, ਕਿ ਉਹਦੇ ਹੱਲ ਲਈ ਇਹ ਰਾਹ ਕੱਢਿਆ ਗਿਆ ਸੀਗਾ। ਇਹ ਵੱਖਰੀ ਗੱਲ ਹੈ ਕਿ ਉਹ ਲਾਗੂ ਨਹੀਂ ਬਾਅਦ 'ਚ ਹੋ ਸਕਿਆ, ਪਰ ਅਕਾਲੀ ਦਲ ਵੀ ਇਹ ਜਿਹੜੇ ਮੂਲ ਮਸਲਿਆਂ ਤੋਂ ਜਿਹੜਾ ਪਾਸੇ ਹਟਦਾ ਰਿਹਾ, ਥੜਕਦਾ ਰਿਹਾ ਹੈਗਾ। ਇਹਨਾਂ ਨੇ ਹੋਰਨਾਂ ਚੀਜ਼ਾਂ ਨੂੰ ਜਿਹੜੀ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ, ਉਹਨਾਂ ਜਿਹੜੇ ਬੇਸਿਕ ਮੁੱਦੇ ਸੀ ਉਹਨਾਂ ਤੋਂ ਹਟ ਕੇ ਕਦੇ ਨਹੀਂ ਗੱਲ ਉਠਾਈ। ਜਿਸ ਟਾਈਮ ਵਾਜਪਾਈ ਸਾਹਿਬ ਦੀ ਸਰਕਾਰ ਸੀ ਸੈਂਟਰ ਦੇ ਵਿੱਚ, ਅਤਿਸ਼ ਉਦੋਂ ਵੀ ਕਦੇ ਇਹਨਾਂ ਨੇ, ਕਿਉਂਕਿ ਉਹ ਤਾਂ ਤੁਹਾਡੀ ਭਾਈਵਾਲ ਪਾਰਟੀ ਸੀ, ਤੁਸੀਂ ਪੰਜਾਬ 'ਚ ਤੁਹਾਡਾ ਰਾਜ ਸੀ 97 ਤੋਂ 2002 ਤੱਕ, ਤੁਸੀਂ ਜੇ ਚਾਹੁੰਦੇ ਤਾਂ ਇਹ ਮਸਲਿਆਂ ਬਾਰੇ ਗੱਲ ਕਰਨੀ ਚਾਹੀਦੀ ਸੀ, ਪਰ ਜਦੋਂ ਅਕਾਲੀ ਵਿਰੋਧੀ ਧਿਰ 'ਚ ਆ ਜਾਂਦੇ ਹੈ ਉਦੋਂ ਇਹ ਗੱਲ ਉਠਾਉਂਦੇ ਰਹੇ ਨੇ। ਜਿਵੇਂ ਪਹਿਲਾਂ ਵੀ ਕਹੀ ਜਾਂਦਾ ਕਿ ਪੰਥ ਨੂੰ ਖਤਰੇ ਦੀ ਗੱਲ ਜਦੋਂ ਉਹਦੀ ਉੱਠਦੀ ਹੈ ਜਦੋਂ ਵਿਰੋਧੀ ਧਿਰ 'ਚ ਹੁੰਦੇ ਨੇ, ਮੁੜ ਕੇ ਮਸਲਿਆਂ ਨੂੰ ਜਿਹੜੇ ਭੁਲਾ ਜਾਂਦੇ ਨੇ। ਫਿਰ ਜਦੋਂ ਸਾਡੇ ਸੁਖਬੀਰ ਸਿੰਘ ਬਾਦਲ ਦੀ ਪਕੜ ਅਕਾਲੀ ਦਲ 'ਤੇ ਵੱਧਦੀ ਹੈ, 2004 'ਚ ਕੈਪਟਨ ਅਮਰਿੰਦਰ ਸਿੰਘ ਜਿਹੜੇ ਪਾਣੀਆਂ ਦਾ ਸਮਝੌਤਾ ਹੈ ਉਹਨੂੰ ਟਰਮੀਨੇਟ ਕਰਦੇ ਨੇ,
ਤੇ ਅਸੀਂ ਬਾਦਲ ਸਾਹਿਬ ਦੇ ਔਰ ਛੋਟੇ ਬਾਦਲ ਦੇ ਸਾਹਿਬ ਦੇ ਮੂੰਹ ਤੋਂ ਇਹ ਤਾਂ ਸੁਣ ਲੈਂਦੇ ਹਾਂ ਕਿ ਪਾਣੀ ਦੀ ਇੱਕ ਬੂੰਦ ਨਹੀਂ ਜਾਣ ਦਿਆਂਗੇ, ਪਰ ਉਹ ਬੂੰਦ ਲਈ ਲੜਾਈ ਨਹੀਂ ਹੁਣ ਲੜੀ ਜਾ ਰਹੀ ਬੂੰਦ ਨੂੰ ਬਚਾਉਣ ਲਈ। ਠੀਕ ਹੈ, ਉੱਪਰੇ ਤੌਰ ਤੇ ਇੱਕ ਵੋਟਾਂ ਦੇ ਲੈਣ ਦੇ ਲਈ, ਪਰ ਜਿਹੜੀ ਇੱਕ ਸ਼ਿੱਦਤ ਨਾਲ ਲੜਾਈ ਲੜਦਾ ਸੀ ਅਕਾਲੀ ਦਲ, ਉਹ ਲੜਾਈ ਲੜਨੀ ਭੁੱਲ ਗਿਆ ਹੈਗਾ, ਕਿਉਂਕਿ ਫਿਰ ਲੜਾਈ ਹੁਣ ਸਾਡੀ ਹੋਰ ਤਰ੍ਹਾਂ ਦੀ ਬਣ ਗਈ ਹੈਗੀ ਹੈ। ਹੁਣ ਜਿਹੜੀ ਸਾਡੀ, ਜਿਵੇਂ ਪਹਿਲਾਂ ਜਿਵੇਂ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕੀਤੀ ਹੈਗੀ ਹੈ ਕਿ ਇੱਕੋ ਆਵਾਜ਼ ਤੇ ਲੱਖਾਂ ਲੋਕ ਇਕੱਠੇ ਹੁੰਦੇ ਸੀਗੇ, ਹੁਣ ਉਵੇਂ ਨਹੀਂ ਇਕੱਠੇ ਹੋਣਗੇ, ਕਿਉਂਕਿ ਜਿਹੜੀ ਵੈਸੇ ਤਾਂ ਕੋਈ ਵੀ ਪਾਰਟੀਆਂ ਨੇ, ਜਿਸ ਤਰ੍ਹਾਂ ਦਾ ਮੁਹਾਂਦਰਾ ਇੱਕ ਕਾਰਪੋਰੇਟ ਕਲਚਰ ਬਣ ਗਿਆ, ਕਾਰਪੋਰੇਟੀ ਪਾਰਟੀਆਂ ਹੋ ਗਈਆਂ ਨੇ ਇਹ, ਤੇ ਟਿਕਟਾਂ ਵੀ ਹੁਣ ਜਿਹੜੀਆਂ ਵਰਕਰਾਂ ਨੂੰ ਨਹੀਂ ਮਿਲਦੀਆਂ, ਜੋ ਟਿਕਟਾਂ ਦੇਣੀਆਂ ਹੁੰਦੀਆਂ ਕਾਰਪੋਰੇਟ ਵੱਡੇ ਵੱਡੇ ਅਦਾਰਿਆਂ ਦੇ ਪਿੱਛੇ ਮਿੰਨਤਾਂ ਕਰਦੀਆਂ ਪਾਰਟੀਆਂ ਕਿ ਸਾਡੀ ਟਿਕਟ ਲੈ ਕੇ ਤੁਸੀਂ ਚੋਣ ਲੜੋ। ਕਦੇ ਸੁਣਿਆ ਕਿ ਕਿਸੇ ਵਰਕਰ ਦੇ ਪਿੱਛੇ ਪਾਰਟੀ ਗਈ ਹੋਵੇ ਕਿ ਤੁਸੀਂ ਚੋਣ ਜ਼ਰੂਰ ਲੜੋ ਜੀ? ਵੱਡੇ ਘਰਾਣਿਆਂ ਪਿੱਛੇ ਤਾਂ ਪਾਰਟੀਆਂ ਜਾ ਰਹੀਆਂ ਨੇ ਹੁਣ। ਸ਼੍ਰੋਮਣੀ ਅਕਾਲੀ ਦਲ ਵੀ ਐਂ ਕਹਿੰਦਾ ਕਿ ਤੁਸੀਂ ਚੋਣ ਲੜੋ, ਤੁਹਾਡੇ ਕੋਲ ਪੈਸੇ ਵਾਲਾ ਦੇਖਿਆ ਜਾਂਦਾ ਹੈ। ਇਸ ਕਰਕੇ ਵਰਕਰ ਨੂੰ ਭੁੱਲ ਭੁਲਾ ਕੇ ਤੇ ਆਉਣ ਵਾਲੇ ਟਾਈਮ 'ਚ ਮੈਨੂੰ ਤਾਂ ਇਹ ਵੀ ਲੱਗਦਾ ਹੈ ਕਿ ਜਿਹੜਾ ਵਰਕਰ ਕਲਚਰ ਬਿਲਕੁਲ ਖਤਮ ਹੀ ਹੋ ਜਾਣਾ ਹੈ। ਇੱਕ ਪੈਸੇ ਨਾਲ ਹੀ ਚੋਣ, ਵੈਸੇ ਤਾਂ ਹੁਣ ਵੀ ਪੈਸੇ ਨਾਲ ਹੀ ਜਿੱਤੀ ਜਾਂਦੀ ਹੈ, ਫਿਰ ਨੰਗੇ ਚਿੱਟੇ ਰੂਪ ਦੇ ਵਿੱਚ ਇਹ ਗੱਲ ਬਾਹਰ ਆ ਜਾਏਗੀ। ਚਰਨਜੀਤ ਜੀ, ਜੇ ਹੁਣ ਗੱਲ ਕਰੀਏ ਅਸੀਂ, ਪੰਜਾਬੀ ਸੂਬਾ ਬਣੇ ਨੂੰ 54 ਵਰ੍ਹੇ ਪੂਰੇ ਹੋ ਗਏ ਨੇ, ਪਰ ਅੱਜ ਵੀ ਜਿਹੜਾ ਹੈਗਾ ਪੰਜਾਬ ਦਾ, ਦੇਸ਼ ਦਾ ਅੰਨਦਾਤਾ ਜਿਹੜਾ ਹੈਗਾ, ਆਪਣੀ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਸੜਕਾਂ 'ਤੇ ਸੰਘਰਸ਼ ਕਰਦਾ ਦਿਖ ਰਿਹਾ। ਇਹ ਪਿਛਲੇ 5-6 ਮਹੀਨਿਆਂ ਤੋਂ ਜਿਹੜੇ ਕਿਸਾਨ ਹੈਗੇ ਸੜਕਾਂ 'ਤੇ ਬੈਠੇ ਨੇ ਆਪਣੀ ਮੰਗਾਂ ਮਨਵਾਉਣ ਲਈ, ਪਰ ਕੇਂਦਰ ਸਰਕਾਰ ਵੱਲੋਂ ਨਾ ਹੀ ਰਾਜਨੀਤਿਕ ਪਾਰਟੀਆਂ ਵੱਲੋਂ ਕਿਸਾਨਾਂ ਦੀ ਬਾਂਹ ਫੜਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਾ ਰਹੀ। ਅਸੀਂ ਜਾਣਨਾ ਚਾਹਾਂਗੇ ਹੋਰ ਇਸ ਸਮੇਂ ਜਿਹੜਾ ਪੰਜਾਬ ਹੈਗਾ ਕਿਸ ਤਰ੍ਹਾਂ ਦੀ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ। ਆਤਿਸ਼, ਜਦੋਂ ਦੀ ਮੋਦੀ ਗਵਰਨਮੈਂਟ ਸੈਂਟਰ ਦੇ ਵਿੱਚ ਆਈ ਹੈਗੀ ਹੈ, ਇਸ ਦਾ ਏਜੰਡਾ ਬੜਾ ਸਾਫ਼ ਹੈ। ਇਸ ਨੇ ਦੋ ਚੀਜ਼ਾਂ ਨੂੰ ਆਪਣਾ ਜਿਹੜਾ ਨਿਸ਼ਾਨਾ ਰੱਖਿਆ, ਇੱਕ ਤਾਂ ਇਹਨਾਂ ਨੇ ਖੇਤਰੀ ਪਾਰਟੀਆਂ ਨੂੰ ਨਿਸ਼ਾਨੇ ਤੇ ਰੱਖਿਆ, ਦੂਸਰਾ ਘੱਟ ਗਿਣਤੀ ਨੂੰ ਨਿਸ਼ਾਨੇ ਤੇ ਰੱਖਿਆ। 370 ਧਾਰਾ ਤੋੜ ਦਿੱਤੀ ਗਈ, ਉਹ ਆਪਣੇ ਸਾਰਿਆਂ ਦੇ ਸਾਹਮਣੇ ਹੈ। ਖੇਤਰੀ ਪਾਰਟੀਆਂ, ਕਿਉਂਕਿ ਇਹਨਾਂ ਕੋਲੇ ਪਹਿਲਾਂ ਸ਼ੁਰੂ 'ਚ ਜਿਹੜੇ ਅਲਾਇੰਸ ਦੇ ਵਿੱਚ ਸ਼ਿਵ ਸੈਨਾ ਜਿਹੜੀ ਹੁੰਦੀ ਸੀ, ਬਾਅਦ 'ਚ ਸ਼੍ਰੋਮਣੀ ਅਕਾਲੀ ਦਲ ਨਾਲ ਪਈ ਹੈ, ਬਾਅਦ 'ਚ ਪਾਰਟੀਆਂ ਜੁੜੀਆਂ। ਖੇਤਰੀ ਪਾਰਟੀ ਨੂੰ ਡੈਲੀਬਰੇਟਲੀ ਸੈਂਟਰ ਨੇ ਕਿਸੇ ਨਾ ਕਿਸੇ ਰੂਪ 'ਚ ਖੁੱਲ੍ਹ ਦਿੱਤੀ। ਪਹਿਲਾਂ ਜਿੰਨੀਆਂ ਕਰਪਸ਼ਨ, ਮਤਲਬ ਖੁੱਲ੍ਹ ਦੇ ਵਿੱਚ ਬਹੁਤ ਸਾਰੀਆਂ ਕਰਪਸ਼ਨ ਹੋਈਆਂ, ਖੇਤਰੀ ਪਾਰਟੀਆਂ ਉਸ ਕਰਪਸ਼ਨ ਦੇ ਜਾਲ ਵਿੱਚ ਫਸੀਆਂ। ਹੁਣ ਜਿਵੇਂ ਸ਼੍ਰੋਮਣੀ ਅਕਾਲੀ ਦਲ ਹੈ, ਸ਼੍ਰੋਮਣੀ ਅਕਾਲੀ ਦਲ ਖੁੱਲ੍ਹ ਕੇ ਨਹੀਂ ਖੇਡ ਸਕਦਾ। ਸੈਂਟਰ ਨਾਲ ਕਿਸਾਨਾਂ ਦੇ ਮੁੱਦੇ ਤੇ ਆਵਾਜ਼ ਤਾਂ ਉਠਾ ਸਕਦਾ ਹੈ, ਪਰ ਦਿੱਲੀ ਜਾ ਕੇ ਖੁੱਲ੍ਹ ਕੇ ਮੋਰਚਾ ਨਹੀਂ ਲਾ ਸਕਦਾ, ਕਿਉਂਕਿ ਉਹਨਾਂ ਦੀਆਂ ਆਪਣੀਆਂ ਕਮਜ਼ੋਰੀਆਂ ਹੋ ਸਕਦੀਆਂ ਨੇ। ਸੈਂਟਰ ਕੋਲ ਤਾਂ ਬੜੀਆਂ ਚੀਜ਼ਾਂ ਨੇ, ਉਹਨਾਂ ਕੋਲ CBI ਹੈ, ED ਹੈ, ਇਸ ਕਿਸਮ ਦੇ ਬੜੇ ਹੈਗੇ ਨੇ। ਬਾਕੀ ਪਾਰਟੀਆਂ ਨਾਲ ਜੋ ਦੂਸਰੀਆਂ ਨਾਲ ਆਪਣੇ ਪੁਰਾਣੇ ਸਾਥੀਆਂ ਨਾਲ ਕਰ ਰਹੇ, ਆਪਣੇ ਸਾਰੇ ਸਾਹਮਣੇ 'ਚ ਮਹਾਰਾਸ਼ਟਰ 'ਚ ਦੇਖ ਹੀ ਰਹੇ ਹੈਗੇ ਆਪਾਂ, ਤਾਂ ਅਕਾਲੀ ਦਲ ਇਸ ਗੱਲੋਂ ਥੋੜ੍ਹਾ ਜਿਹਾ ਡਰਿਆ ਹੋਇਆ ਹੈਗਾ। ਉਹਨਾਂ ਨੇ ਪਹਿਲਾਂ ਨਿਸ਼ਾਨੇ ਤੇ ਲਿਆ, ਜਿਵੇਂ ਤੁਸੀਂ ਕਿਸਾਨਾਂ ਦੀ ਗੱਲ ਕੀਤੀ ਹੈ, ਜੰਮੂ ਕਸ਼ਮੀਰ, ਉਸ ਤੋਂ ਬਾਅਦ ਹੁਣ ਪੰਜਾਬ ਦੀ ਵਾਰੀ ਹੈ, ਜਿਹਦੇ ਤਹਿਤ ਕੋਵਿਡ ਦੇ ਦੌਰਾਨ ਪਹਿਲਾਂ ਖੇਤੀ ਕਾਨੂੰਨ ਆਰਡੀਨੈਂਸ ਆਉਂਦੇ ਨੇ, ਖੇਤੀ ਕਾਨੂੰਨ ਬਣਦੇ ਨੇ, ਉਸ ਤੋਂ ਬਾਅਦ ਖੇਤੀ ਸੋਧ ਬਿੱਲ ਜਿਹੜਾ ਨਾਲ ਦੀ ਨਾਲ ਉਹ ਆਉਂਦਾ ਹੈ। ਉਹ ਵੱਖਰੀ ਗੱਲ ਹੈ ਕਿ ਅਜੇ ਕਾਨੂੰਨ ਨਹੀਂ ਬਣਿਆ। ਤੇ ਜਿਹੜਾ ਆਪਾਂ ਏਅਰ ਪੋਲੂਸ਼ਨ ਵਾਲਾ ਐਕਟ ਬਣਦਾ ਹੈ, ਇਹ ਵੀ ਉਸੇ ਸੇਧ ਦੇ ਵਿੱਚ ਹੈ। ਨਿਸ਼ਾਨਾ ਜਿਹੜਾ ਹੈਗਾ ਪੰਜਾਬ ਨੂੰ, ਕਿਸੇ ਨਾਲ ਕਿਸਾਨੀ ਨੂੰ ਜਿਹੜਾ ਬਣਾਇਆ ਜਾ ਰਿਹਾ ਹੈ। ਤੇ ਹੁਣ ਤੁਸੀਂ, ਮੈਂ ਕਿਤੇ ਖਬਰ ਦੇਖ ਰਿਹਾ ਸੀ ਕਿ ਜਿਹੜੀ ਸਾਡੀ ਪੰਜਾਬ ਯੂਨੀਵਰਸਿਟੀ ਹੈ ਚੰਡੀਗੜ੍ਹ ਵਾਲੀ, ਇਹਦੇ ਵੀ ਨੂੰ ਵੀ ਆਪਣੇ ਹੱਥਾਂ 'ਚ ਜਿਹੜਾ ਉਹ ਕੰਟਰੋਲ ਕਰ ਰਿਹਾ ਹੈ। ਉਹ ਪਤਾ ਲੱਗਿਆ ਕਿ ਇੱਥੇ ਜਿਹੜਾ ਸੈਨੇਟ ਔਰ ਸਿੰਡੀਕੇਟ ਹੈ, ਉਸ ਦੀ ਮਿਆਦ ਖਤਮ ਹੋਣ ਜਾ ਰਹੀ ਹੈ, ਤੇ ਉਸ ਨੂੰ ਖਤਮ ਕਰਕੇ ਬੋਰਡ ਆਫ ਗਵਰਨਰਸ ਆ ਜਿਹੜਾ ਉਹ ਬਣਾਇਆ ਜਾ ਰਿਹਾ ਹੈ, ਕਿ ਜਿਸ ਤਰ੍ਹਾਂ ਬਾਕੀ ਯੂਨੀਵਰਸਿਟੀਆਂ 'ਚ ਜਿਹੜੇ ਸੈਨੇਟ ਦੇ ਜਾਂ ਸਿੰਡੀਕੇਟ ਦੇ ਮੈਂਬਰ ਨੋਮੀਨੇਟ ਹੁੰਦੇ ਨੇ, ਉਸ ਤਰ੍ਹਾਂ ਹੀ ਨੋਮੀਨੇਸ਼ਨ ਵਾਲਾ ਜਿਹੜਾ ਕਲਚਰ ਹੈ ਉਹ ਪੰਜਾਬ ਯੂਨੀਵਰਸਿਟੀ ਚੱਲੇਗਾ। ਉਹਦੇ ਨਾਲ, ਕਿਉਂਕਿ ਸੈਂਟਰ ਜਿਹੜੇ ਆਪਣੇ ਪਸੰਦ ਦੇ ਬੰਦੇ ਹੈ ਉਹ ਯੂਨੀਵਰਸਿਟੀ ਚਲਾਏਗਾ। ਜਿਵੇਂ ਹਰਿਆਣਾ ਔਰ ਹਿਮਾਚਲ ਹੈ, ਉਹਨਾਂ ਦੇ ਤਾਂ ਪਹਿਲਾਂ ਹੀ ਆਪਣੇ ਜਿਹੜੇ ਕਾਲਜ ਹੈਗੇ ਨੇ ਉਹਨਾਂ ਨਾਲ ਜੁੜੇ ਹੋਏ ਨੇ, ਆਪੋ ਆਪਣੀ ਸਟੇਟਾਂ ਨਾਲ। ਔਰ ਸਾਡੇ ਪੰਜਾਬ ਦਾ ਜਿਹੜਾ ਕੁਛ ਪੌਕਟ ਹੈ ਮਾਲਵੇ ਦੀ, ਉਧਰ ਫਿਰੋਜ਼ਪੁਰ ਲੈ ਲਓ, ਮੁਕਤਸਰ ਲੈ ਲਓ, ਮੋਗਾ, ਇਸ ਬੈਲਟ ਦੇ ਬਹੁਤ ਸਾਰੇ ਜਿਹੜੇ ਕਾਲਜ ਹੈ 200 ਦੇ ਕਰੀਬ, ਉਹ ਅੱਜ ਵੀ ਪੰਜਾਬ ਯੂਨੀਵਰਸਿਟੀ ਨਾਲ ਜੁੜੇ ਹੋਏ ਨੇ। ਸੋ ਸੈਂਟਰ ਇੱਕ ਇੱਕ ਕਰਕੇ ਨਾ ਸਭ ਨੂੰ ਨਿਸ਼ਾਨੇ ਤੇ ਰਹਿ ਰਿਹਾ। ਜਿਹੜਾ ਤਾਕਤਾਂ ਦਾ ਕੇਂਦਰੀਕਰਨ ਵੱਲ ਜਿਹੜਾ ਸੈਂਟਰ ਵੱਧ ਰਿਹਾ ਹੈਗਾ, ਤੇ ਸਾਡੀ ਇੰਨੀ ਹਿੰਮਤ ਨਹੀਂ ਹੈਗੀ ਹੈ। ਹੁਣ ਜਿਵੇਂ ਸ਼੍ਰੋਮਣੀ ਅਕਾਲੀ ਦਲ ਨੇ ਪਿੱਛੇ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਇਹ ਤਾਂ ਗੱਲ ਕਹਿ ਦਿੱਤੀ ਹੈਗੀ ਹੈ ਕਿ ਅਸੀਂ ਸਾਰੀਆਂ ਪਾਰਟੀਆਂ ਮਿਲ ਕੇ ਇੱਕ ਕੋਆਪਰੇਸ਼ਨ ਦੇ ਨਾਲ
ਵੱਡੀ ਸੱਟ ਮਾਰਾਂਗੇ। ਪਰ ਉਸ ਤੋਂ ਬਾਅਦ ਅਕਾਲੀ ਦਲ 15-20 ਦਿਨ ਹੋ ਗਏ ਚੁੱਪ ਨੇ। ਜੀ ਚਾਹੀਦਾ ਤਾਂ ਇਹ ਹੈ ਕਿ ਸਾਰੀਆਂ ਖੇਤਰੀ ਪਾਰਟੀਆਂ ਨੂੰ ਲੈ ਕੇ ਜੀ ਇੱਕ ਆਪਣਾ ਪ੍ਰਦਰਸ਼ਨ ਕਰੇ, ਆਪਣੀ ਤਾਕਤ ਸ਼ੋਅ ਕਰੇ। ਜੀ 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 ਪਰ ਸੈਂਟਰਲੀ ਇਹ ਖੁੱਲੀ ਖੇਡ ਆ, ਉਹਨਾਂ ਕੋਲ ਇੱਕ ਮੈਸਿਵ ਮੈਜੋਰਟੀ ਹੈਗੀ ਹੈ, 303 ਸੀਟਾਂ ਹੈਗੀਆਂ ਨੇ, ਉਹ ਆਪਣੀਆਂ ਮਨਮਰਜ਼ੀਆਂ ਕਰੇ, ਜਿਹਦੇ ਨਾਲ ਇੱਕ ਸੰਘੀ ਢਾਂਚੇ ਨੂੰ ਇੱਕ ਵੱਡੀ ਜਿਹੜੀ ਸੱਟ ਲੱਗ ਰਹੀ ਹੈ ਸਾਡੇ ਸਾਹਮਣੇ। ਜਿਸ ਤਰ੍ਹਾਂ ਭਾਸ਼ਾ ਦੀ ਆਪਾਂ ਗੱਲ ਕਰਦੇ, ਜਿਸ ਅਮਿਤ ਸ਼ਾਹ ਨੇ ਤੁਹਾਡੇ ਸਾਹਮਣੇ ਹੈ, ਉਦੋਂ ਕਿਹਾ ਸੀ, ਗੁਰਦਾਸ ਮਾਨ ਵੀ ਕੰਟਰੋਵਰਸੀ 'ਚ ਆ ਗਏ ਸੀਗੇ ਜਦੋਂ ਉਹਨੇ ਕਿਹਾ ਸੀ ਕਿ ਵਨ ਨੇਸ਼ਨ ਵਨ ਲੈਂਗੁਏਜ। ਬਾਅਦ 'ਚੋਂ ਜਦੋਂ ਗੈਰ ਹਿੰਦੀ ਜਿਹੜੇ ਸਟੇਟਾਂ ਹੈਗੀਆਂ ਸਾਊਥ ਵਾਲੀਆਂ, ਉਹਨਾਂ ਨੇ ਰੌਲਾ ਪਾਇਆ ਤਾਂ ਇਹਨਾਂ ਨੂੰ ਪਿੱਛੇ ਹਟਣਾ ਪਿਆ। ਤਾਂ ਇਹ ਸਾਰਾ ਜਿਹੜਾ ਵਨ ਨੇਸ਼ਨ ਵਾਲਾ ਕੰਸੈਪਟ ਹੈ, ਵਨ ਰਾਸ਼ਨ ਕਾਰਡ, ਉਸ ਤਰਫ ਹੀ ਚੱਲ ਰਿਹਾ। ਸਾਰੀਆਂ ਤਾਕਤਾਂ ਉਹਨਾਂ ਦੇ ਹੱਥਾਂ, ਜਿਹਦੇ ਵਿੱਚੋਂ ਇਸ ਕਿਸਮ ਦੀਆਂ ਜਿਹੜੀਆਂ ਮਸਲੇ ਆ ਸਟੇਟਾਂ ਦੇ ਉੱਭਰ ਕੇ ਸਾਡੇ ਸਾਹਮਣੇ ਰਹੇ। ਸਟੇਟਾਂ ਜਿਹੜੀਆਂ ਕਮਜ਼ੋਰ ਹੋਣੀਆਂ ਡੇ ਬਾਈ ਡੇ, ਤਾਂ ਆਪਣਾ ਗੱਲ ਨੂੰ ਆਪਾਂ ਸਮਾਪਤੀ ਵੱਲ ਲੈ ਕੇ ਜਾਵਾਂਗੇ। ਤਾਂ ਮੈਂ ਆਪਣੇ ਦਰਸ਼ਕਾਂ ਨਾਲ ਇੱਕ ਗੱਲ ਸਾਂਝੀ ਕਰਨਾ ਚਾਹਾਂਗਾ। ਜਥੇਦਾਰ ਟੌਹੜਾ ਕਹਿੰਦੇ ਹੁੰਦੇ ਸੀ ਕਿ ਉਹ ਗੱਲ ਸੁਣਾਉਣ ਤੋਂ ਪਹਿਲਾਂ ਮੇਰੇ ਇੱਕ ਗੱਲ ਹੋਰ ਚੇਤੇ ਆ ਗਈ ਕਿ ਕੋਈ ਟਾਈਮ ਸੀਗਾ ਕਿ ਜਦੋਂ ਅਸੀਂ ਸੈਂਟਰ ਕੋਲ ਜਾਂਦੇ ਸੀ, ਅਸੀਂ ਉਹਨਾਂ ਤੋਂ ਰਾਜਧਾਨੀ ਮੰਗਦੇ ਸੀ, ਅਸੀਂ ਪੰਜਾਬੀ ਬੋਲਦੇ ਇਲਾਕੇ ਮੰਗਦੇ ਸੀ। ਪਰ ਪਿਛਲੇ ਟਾਈਮ ਤੋਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ, ਉਹ ਵਜ਼ੀਰੀਆਂ ਮੰਗਣ ਦੇ ਰਾਹ ਤੁਰ ਪਿਆ। ਚੰਗਾ ਹੁੰਦਾ ਕਿ ਉਹ ਰਾਜਧਾਨੀ ਮੰਗਦਾ। ਤਾਂ ਜਥੇਦਾਰ ਜੀ ਦੀ ਗੱਲ ਮੈਂ ਇਹਦੇ ਨਾਲ ਹੀ ਕੋਰਲੇਟ ਕਰਕੇ ਤੁਹਾਨੂੰ ਸੁਣਾਉਣਾ ਚਾਹਣਾ ਕਿ ਜਥੇਦਾਰ ਜੀ ਜਦੋਂ ਅਲੱਗ ਹੋਏ, ਸਰਬ ਹਿੰਦ ਅਕਾਲੀ ਦਲ ਬਣਾਇਆ, ਉਸ ਤੋਂ ਬਾਅਦ ਦੁਬਾਰਾ ਅਕਾਲੀ ਦਲ ਦੇ ਵਿੱਚ ਆ ਗਏ। ਤਾਂ ਉਹ ਇੱਕ ਆਨੰਦਪੁਰ ਸਾਹਿਬ ਦਾ ਉਹਨਾਂ ਦਾ ਗੇੜਾ ਲੱਗਿਆ। ਤਾਂ ਉੱਥੇ ਜਦੋਂ ਪ੍ਰੈਸ ਕਾਨਫਰੰਸ ਹੋਈ ਤਾਂ ਆਨੰਦਪੁਰ ਸਾਹਿਬ ਦੇ ਪੱਤਰਕਾਰ ਨੇ ਉਹਨਾਂ ਨੂੰ ਪੁੱਛਿਆ ਕਿ ਜਥੇਦਾਰ ਜੀ, ਵੀ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਤਾਂ ਇਦਾਂ ਦਾ ਰਿਹਾ ਹੈ ਕਿ ਜਿਹੜੇ ਅਕਾਲੀ ਨੇਤਾ ਨੇ ਉਹ ਤਾਂ ਤਖਤਾਂ ਨੂੰ, ਤਾਜਾਂ ਨੂੰ ਲੱਤ ਮਾਰ ਦਿੰਦੇ ਨੇ, ਤੇ ਤੁਸੀਂ ਤਾਂ ਫੇਰ ਤਾਕਤ ਚਾਰ ਵਾਲੇ। ਉਹ ਕਹਿੰਦਾ, ਪੱਤਰਕਾਰ ਸਾਹਿਬ, ਤੁਸੀਂ ਕਿਹੜੀਆਂ ਤਾਕਤਾਂ, ਤਖਤਾਂ, ਤਾਜਾਂ ਦੀ ਗੱਲ ਕਰਦੇ ਹੋ? ਸਾਡੇ ਅਕਾਲੀ ਤਾਂ ਹੱਥ 'ਚ ਦੇਗ ਵਾਲਾ ਬਾਟਾ ਆ ਜੇ ਉਹਨੂੰ ਨਹੀਂ ਛੱਡਦੇ। ਇਹ ਤਾਂ ਦੂਰ ਦੀ ਗੱਲ। ਇਹਦੇ ਨਾਲ ਹੀ ਮੈਂ ਸਾਰਿਆਂ ਨੂੰ ਪੰਜਾਬ ਦਿਵਸ ਦੀ ਵਧਾਈ ਦਿੰਦਾ। ਇਹ ਸਨ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ, ਜਿਨ੍ਹਾਂ ਨੇ ਪੰਜਾਬ ਦਿਵਸ ਨੂੰ ਲੈ ਕੇ, ਪੰਜਾਬੀ ਸੂਬੇ ਨੂੰ ਲੈ ਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਨਵੇਂ ਮੁੱਦੇ ਨੂੰ ਲੈ ਕੇ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।